ਜਿੰਦ ਨੁਮਾਣੀ ਵਗਦਾ ਪਾਣੀ ਮੂਲ ਨਾ ਦੇਂਦੀ ਭੇਤ ਮੁੱਠੀ ਵਿੱਚੋਂ ਕਿਰਦੀ ਜਾਵੇ ਹੌਲੀ ਹੌਲੀ ਰੇਤ। ਕਿਉਂਕਿ ਸਾਡੇ ਚੜ੍ਹਦੇ ਪੰਜਾਬ ਵਿੱਚ ਇੱਕ ਰੀਤ ਹੈ ਕਿ ਉਹ ਪੰਜਾਬੀ ਤੋਂ ਹਟਦੇ ਨਹੀਂ ਕਦੇ ਵੀ। ਰਿਸ਼ਤੇ ਆਪਣੇ ਜਿਹੜੇ ਕਲੋਜ਼ੀ ਭਾਈਆਂ ਦੇ ਜਾਇਦਾਦਾਂ ਤੇ ਵੰਡ ਵਿੱਚ ਗੜਬੜ ਤੇ ਹਾਲਾਂਕਿ ਸਾਡਾ ਜਿਹੜਾ ਘਰਾਨਾ ਬੜਾ ਮਿਸਾਲੀ ਘਰਾਨਾ, ਲੇਕਿਨ ਉਹ ਪੀਰਾਂ ਦੀ ਵਫਾਤਾਂ ਤੋਂ ਬਾਅਦ ਯਾਨੀ ਮੇਰੇ ਦਾਦਾ ਦੀ ਵਫਾਤ, ਫਿਰ ਪੀਰ ਸਾਹਿਬ ਦੀ, ਮੇਰੇ ਵਾਲਿਦ ਸਾਹਿਬ ਦੀ ਵਫਾਤ, ਫਿਰ ਜਿਹੜੇ ਭਾਈ ਸਨ ਮੇਰੇ ਉਹ 5 ਭਾਈਆਂ ਅਸੀਂ। ਬਿਸਮਿल्लाहिर्रहमानिर्रहीम। अस्सलाम वालेकुम। सोच टीवी ਦੇ तमाम नाज़रीन ਨੂੰ ਮੇਰਾ ਬਹੁਤ ਅਦਬ ਨਾਲ ਸਲਾਮ ਪੇਸ਼ ਹੈ। नुसरत ਤੁਸੀਂ ਸਾਰੇ ਜਾਣਦੇ ਹੋ ਕਿ ਸੋਚ ਟੀਵੀ ਤੁਹਾਡੇ ਵਾਸਤੇ ਮੁxtਲਿਫ ਪ੍ਰੋਗਰਾਮ ਪੇਸ਼ ਕਰਦਾ ਹੈ ਤੇ ਮਾਲੂਮਾਤੀ ਵੀਡੀਓਜ਼ ਦੇ ਨਾਲ ਮਾਲੂਮਾਤੀ ਪ੍ਰੋਗਰਾਮ ਤੇ ਮੁxtਲਿਫ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਵੀ ਕਰਾਉਂਦਾ ਰਹਿੰਦਾ ਨੇ। ਸੋਚ ਟੀਵੀ ਦੀ ਤਰਫੋਂ ਅਸੀਂ ਹਾਜ਼ਰ ਹੋਏ ਅੱਜ ਤੇ ਅੱਜ ਮੈਂ ਤੁਹਾਡੀ ਮੁਲਾਕਾਤ ਪਾਕਿਸਤਾਨ ਦੇ ਮੰਨੇ ਪਰਮੰਨੇ ਪ੍ਰਾਹੁਣੇ ਸਾਡੇ ਕੋਲ ਮੌਜੂਦ ਨੇ, ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਣੀ ਹੈ ਤੇ ਸੋਚ ਟੀਵੀ ਦੀ ਤਰਫੋਂ ਮੈਂ ਤੁਹਾਡੇ ਵਾਸਤੇ ਤੋਹਫਾ ਲੈ ਕੇ ਆਇਆ। ਸਮਝੋ ਕਿ ਸਾਡੇ ਕੋਲ ਜਿਹੜੀ ਸ਼ਖਸੀਅਤ ਮੌਜੂਦ ਨੇ ਉਹ ਮਾਹਿਰ ਤਾਲੀਮ ਵੀ ਨੇ, ਉਹ ਸ਼ਾਇਰ ਵੀ ਨੇ, ਉਹ ਨਕਾਤ ਵੀ ਨੇ ਤੇ ਬਹੁਤ ਉਮਦਾ ਸ਼ਖਸੀਅਤ, ਹਸਮੁਖ ਸ਼ਖਸੀਅਤ, ਨਫੀਸ ਇਨਸਾਨ, ਸੈयद ਵੀ ਨੇ ਤੇ ਬਹੁਤ ਹੀ ਆਲਾ ਖਾਨਦਾਨ ਨਾਲ ਉਹਨਾਂ ਦਾ ਤਾਲੁਕ ਹੈ। ਪੀਰਜ਼ਾਦਾ ਸੈयद ਹਾਮਿਦ ਸ਼ਾਹ ਬੁਖਾਰੀ ਸਾਹਿਬ ਤੇ ਇਹਨਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। अस्सलाम वालेकुम। वालेकुम अस्सलाम सर। ਇਹ ਨਾ ਸਿਰਫ ਮਾਹਿਰ ਤਾਲੀਮ ਨੇ ਨਾਜ਼ਰੀਨ, ਇਹ ਬਹੁਤ ਉਮਦਾ ਪੰਜਾਬੀ ਦੇ ਸ਼ਾਇਰ ਨੇ ਤੇ ਮਾਂ ਬੋਲੀ ਦੇ ਵਿੱਚ ਸ਼ਾਇਰੀ ਕਰਨਾ ਤੁਹਾਨੂੰ ਪਤਾ ਹੈ ਕੋਈ ਸੌਖਾ ਕੰਮ ਨਹੀਂ ਹੈ ਤੇ ਇਹ ਬਹੁਤ ਹੀ ਉਮਦਾ ਸ਼ਖਸੀਅਤ ਨੇ। ਇੱਕ ਤੇ ਅੰਦਰੋਂ ਬੰਦਾ ਇਨਸਾਨ ਚੰਗਾ ਹੁੰਦਾ ਹੈ, ਇੱਕ ਬਾਹਰੋਂ ਵੀ ਚੰਗਾ। ਇਹ ਦੋਵੇਂ ਪਾਸੋਂ ਮਾਸ਼ਾਅੱਲਾ ਸੋਹਣੇ ਨੇ, ਉਂਝ ਵੀ ਮਾਸ਼ਾਅੱਲਾ ਸੋਹਣੇ ਨੇ ਤੇ ਅੰਦਰੋਂ ਵੀ ਇਹਨਾਂ ਦਾ ਦਿਲ ਮਾਸ਼ਾਅੱਲਾ ਬੜਾ ਸਾਫ਼ ਤੇ ਸੋਹਣਾ ਹੈ ਤੇ ਅਸੀਂ ਇਹਨਾਂ ਨੂੰ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਜੀ। ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ, ਤੁਹਾਡੀ ਜ਼ਿੰਦਗੀ ਦੇ ਬਾਰੇ ਥੋੜਾ ਪੁੱਛਾਂਗੇ, ਤੁਹਾਡੀ ਸ਼ਾਇਰੀ ਦੇ ਬਾਰੇ ਥੋੜਾ ਪੁੱਛਾਂਗੇ, ਤੁਹਾਡੀ ਰਹਿਤਲ ਬਹਿਤਲ ਦੇ ਬਾਰੇ ਥੋੜਾ ਪੁੱਛਾਂਗੇ। ਤੁਸੀਂ ਸਭ ਤੋਂ ਪਹਿਲੇ ਇਹ ਦੱਸੋ ਕਿ ਤੁਹਾਡੀ ਜੰਪਲ ਕਿੱਥੇ ਦੀ? ਜੰਪਲ ਮੇਰੀ ਰਾਵਲਪਿੰਡੀ ਦੀ ਹੈ। ਮੈਂ ਅਗਰਚੇ ਚੁੱਕੇ ਮੇਰਾ ਜੋ ਜਿਹੜਾ ਪਿੱਛੇ ਬਿਲਕੁਲ ਮੁੱਢਲਾ ਇਲਾਕਾ ਹੈ ਉਹ ਆਜ਼ਾਦ ਕਸ਼ਮੀਰ ਹੈ, ਲੇਕਿਨ ਅਸਾਂ ਮਾਈਗ੍ਰੇਟ ਕਰਕੇ ਇੱਥੇ ਆਏ ਸਾਂ ਕਿਉਂਕਿ ਮੰਗਲਾ ਡੈਮ ਜਦ ਬਣਿਆ ਤੇ ਅਸੀਂ ਮੁਤਾਸਰੀਨ ਮੰਗਲਾ ਡੈਮ ਵਿੱਚ ਇੱਥੇ ਸ਼ਿਫਟ ਕਰ ਗਏ ਸਾਂ। ਤੇ ਕਿੰਨਾ ਅਰਸਾ ਹੋਇਆ ਤੁਹਾਨੂੰ ਤੁਸੀਂ ਇੱਥੇ ਆਏ? ਤੇ ਇੱਥੇ ਫਿਰ ਮੇਰੀ ਪੈਦਾਇਸ਼ ਇੱਥੇ ਸਿਵਲ ਹਸਪੀਟਲ ਰਾਵਲਪਿੰਡੀ ਦੀ ਹੈ। ਅੱਛਾ। ਤੇ ਸ਼ਿਫਟਿੰਗ ਵਿੱਚ ਅਰਸਾ ਹੋ ਗਿਆ ਕਾਫੀ, ਮਾਈਗ੍ਰੇਸ਼ਨ ਵਿੱਚ 1967 ਤੋਂ ਲੈ ਕੇ ਅੱਛਾ ਤੇ ਹੁਣ ਤੱਕ ਇੱਕ ਅਰਸਾ ਹੋ ਗਿਆ ਕਾਫੀ। ਤੇ ਕਿੱਥੇ ਤੁਹਾਡੀ ਇਬਤਦਾਈ ਤਾਲੀਮ? ਮੇਰੀ ਇਬਤਦਾਈ ਤਾਲੀਮ ਵੀ ਇਸੇ ਤਰ੍ਹਾਂ ਰਾਵਲਪਿੰਡੀ ਤੇ ਗੁਜਰ ਖਾਨ, ਚੁੱਕੇ ਅਸੀਂ ਇੱਥੇ ਸੈਟਲ ਹੋਏ। ਜੀ ਹਾਂ। ਗੁਜਰ ਖਾਨ ਦੇ ਨੇੜੇ ਖਨਿਆਰਾ ਸ਼ਰੀਫ ਜਿਹੜੀ ਜਗ੍ਹਾ ਹੈ ਮੰਦਰਾ ਦੇ ਕੋਲ, ਜਿੱਥੇ ਜ਼ਮੀਰ ਜਾਫਰੀ ਸਾਹਿਬ ਦਾ ਅੱਛਾ ਹਾਂਜੀ ਉਹਨਾਂ ਦੀ ਇੱਕ ਕਬਰ ਹੈ ਤੇ ਉੱਥੇ ਮੈਂ ਪੜ੍ਹਿਆ। ਮੇਰੀ ਇਬਤਦਾਈ ਮੁੱਢਲੀ ਤਾਲੀਮ ਜਿਹੜੀ ਐਮਸੀ ਜੂਨੀਅਰ ਸਕੂਲ ਗੁਜਰ ਖਾਨ ਵਿੱਚ ਹੀ ਹੋਈ। ਉਸ ਤੋਂ ਬਾਅਦ ਫਿਰ ਵਾਲਿਦ ਸਾਹਿਬ ਸਾਨੂੰ ਉੱਥੇ ਪਿੰਡੀ ਸ਼ਿਫਟ ਕੀਤਾ। ਤੇ ਵਾਲਿਦ ਸਾਹਿਬ ਦਾ ਇਸਮੇ ਗ੍ਰਾਮੀ ਪੂਰਾ ਤੁਸੀਂ ਉਹ ਚੁੱਕੇ ਮੇਰਾ ਤਾਲੁਕ ਖਾਨਵਾਦਾ ਸਾਦਾਤ ਪੀਰ ਘਰਾਣੇ ਤੋਂ ਹੈ। ਅੱਛਾ। ਤੇ ਅਸੀਂ ਜੱਦੀ ਪੁਸ਼ਤੀ ਇੱਕ ਪੀਰੀ ਮੁਰੀਦੀ ਦਾ ਸਿਲਸਿਲਾ ਹੈ। ਅੱਛਾ ਮਾਸ਼ਾਅੱਲਾ। ਜੀ ਜੀ। ਤੇ ਉਹ ਸਜਾਦਾ ਨਸ਼ੀਨ ਸਨ ਆਪਣੇ ਟਾਈਮ ਦੇ। ਅੱਛਾ। ਹਾਂ ਜੀ। ਤੇ ਜਦੋਂ ਅਸੀਂ ਵੀ ਉਹਦੇ ਬਾਅਦ ਕੋਈ ਗੱਦੀ ਨਸ਼ੀਨ ਜਾਂ ਇਸ ਤਰ੍ਹਾਂ ਦਾ ਕੁਝ? ਨਹੀਂ, ਮੈਂ ਉਸ ਪਾਸੇ ਨਹੀਂ ਗਿਆ, ਗੱਦੀ ਨਸ਼ੀਨੀ ਵਾਲੇ ਪਾਸੇ ਮੈਂ ਨਹੀਂ ਗਿਆ ਕਿਉਂਕਿ ਬਾਕੀ ਮੇਰੇ ਭਾਈ ਵਗੈਰਾ ਉਹ ਇੰਟਰਸਟਿਡ ਸ਼ੁਰੂ ਤੋਂ ਇੰਟਰਸਟਿਡ ਰਹੇ ਗੱਦੀ ਨਸ਼ੀਨੀ 'ਚ। ਅੱਛਾ। ਮੇਰੇ ਜਿਹੜਾ ਫੋਕਸ ਰਿਹਾ ਉਹ ਸ਼ੇਰ ਸੁਖਨ ਰਿਹਾ। ਅੱਛਾ। ਤੇ ਮੈਂ ਉਸ ਸਿਲਸਿਲੇ ਸ਼ੇਰ ਸੁਖਨ ਵੱਲ ਅਸੀਂ ਆਵਾਂਗੇ, ਲੇਕਿਨ ਪਹਿਲੇ ਦੱਸੋ ਕਿ ਤੁਸੀਂ ਉਸ ਪਾਸੇ ਕਿਉਂ ਨਹੀਂ ਗਏ? ਉਹ ਤੇ ਬੜੀ ਮਤਲਬ ਤੁਹਾਨੂੰ ਪਤਾ ਕਿ ਪੀਰੀ ਮੁਰੀਦੀ ਦੀ ਜਿਹੜੀ ਲਾਈਨ ਹੈ ਉਹ ਜੀ ਦਰੁਸਤ। ਉਹ ਅਸਲ ਵਿੱਚ ਇਵੇਂ ਹੈ ਕਿ ਮੇਰਾ ਆਪਣਾ ਜ਼ਾਤੀ ਖਿਆਲ ਹੈ ਕਿ ਸਾਰੇ ਬੰਦੇ ਇੱਕ ਪਾਸੇ ਨਹੀਂ ਟੁਰ ਸਕਦੇ ਜੀ, ਕਿਉਂਕਿ ਇੱਕ ਬੰਦੇ ਦਾ ਐਪਟੀਟਿਊਡ ਜਾਂ ਉਸ ਬੰਦੇ ਦਾ ਟ੍ਰੈਂਡ ਹੁੰਦਾ ਹੈ, ਟੈਂਡੈਂਸੀ ਹੁੰਦੀ ਹੈ ਤੇ ਉਸ ਹਿਸਾਬ ਨਾਲ ਫਿਰ ਬੰਦਾ ਆਪਣਾ ਯਾਨੀ ਤਾਇਨ ਕਰਦਾ ਆਪਣੀ ਡਾਇਰੈਕਸ਼ਨ ਦਾ।
तो मैं अपने तौर पे समझ लिया सी शुरू तो ही कि मेरी जड़ी लैन है वो पीरी मरीदी नहीं है बल्कि ਉਹ ਇਲਮ ਦਾ ਸ਼ੋਬਾ ਹੈ। ਲੇਕਿਨ ਲੋਕ ਕੀ ਜਿਹੜੇ ਨੇ ਉਹ ਤੇ ਤੁਹਾਨੂੰ ਪੀਰੀ ਦਾ ਦਰਜਾ ਦਿੰਦੇ ਹੋਣਗੇ ਕਿਉਂਕਿ ਤੁਸੀਂ ਜੀ ਜੀ ਜ਼ਾਹਿਰ ਹੈ ਉਸ ਖਾਨਵਾਦੇ ਤੋਂ ਚੁੱਕੇ ਤਲਕ ਹੈ ਤਾਂ ਅਦਬ ਆਦਾਬ ਜ਼ਰੂਰ ਕਰਦੇ ਨੇ ਤੇ ਮੁਹੱਬਤ ਵੀ ਕਰਦੇ ਨੇ। ਤੇ ਉਦੋਂ ਤੁਹਾਡੀ ਕੀ ਸੋਚ ਆਉਂਦੀ ਹੈ ਕਿ ਤੁਸੀਂ ਜਿਸ ਵੇਲੇ ਲੋਕ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਸ਼ਾਹ ਸਾਹਿਬ ਪੀਰਜ਼ਾਦਾ ਹੋ ਤੇ ਇਹ तो मैं वो हकीकत ਨੂੰ ਸ਼ਰਗ ਆਫ ਨਹੀਂ ਕਰ ਸਕਦਾ। ਜਿਹੜਾ ਫੈਕਟ ਹੈ ਉਹ ਤੇ ਬਿਲਕੁਲ ਅੰਡਰਸਟੂਡ ਗੱਲ ਹੈ, ਉਹਦੇ ਵਿੱਚ ਕੋਈ ਦੂਜੀ ਗੱਲ ਨਹੀਂ ਹੈ। ਲੇਕਿਨ ਉਹ ਜਿਹੜੇ ਮੇਰੇ ਕੋਲ ਪੁੱਛਦੇ ਨੇ ਉਹਨੂੰ ਇਹ ਵੀ ਪਤਾ ਹੈ ਕਿ ਮੈਂ ਅੰਗਰੇਜ਼ੀ ਦਾ ਟੀਚਰ ਹਾਂ, ਠੀਕ ਹੈ, ਉਹ ਇਹ ਵੀ ਸਮਝਦੇ ਨੇ। ਤੇ ਤੁਸੀਂ ਅਗਰ ਫਿਰ ਤਾਲੀਮ ਹਾਸਿਲ ਕੀਤੀ ਉਹਦੇ ਬਾਅਦ ਫਿਰ ਮੈਟ੍ਰਿਕ ਕੀਤੀ? ਜੀ ਜੀ ਮੈਟ੍ਰਿਕ ਮੈਂ ਕੀਤੀ ਤੇ ਆਈਡਲ ਕੈਂਬਰਿਜ ਕਿਸ ਤਰ੍ਹਾਂ ਦਾ ਹੁੰਦਾ ਸੀ ਪਿੰਡੀ? ਮਤਲਬ ਉਸੇ ਤੁਸੀਂ ਉਦੋਂ ਸਰ ਪਿੰਡੀ ਕੀ ਕਹਿੰਦੇ ਹੋ ਕਿ ਵਕਤ ਕੈਸਾ ਸੀ? अगरचे बहुत क्लियर कट मेमोरीज नहीं ने लेकिन फिर भी मैं समझदा कि पुरसकून इलाका सी, कोई रश आवर नहीं सी मामला ਤੇ ਬਿਲਕੁਲ ਕਾਮਨ ਕੁਆਇਟ ਨਾ ਤੋਂ ਕਹਿੰਦੇ ਪਿੰਡ ਹੋ ਗਿਆ ਤੇ ਗ੍ਰਾਂ ਹੋ ਗਏ ਇਸ ਤਰ੍ਹਾਂ ਦਾ ਕੋਈ ਤਾਂ ਬਹੁਤ ਪਹਿਲਾਂ ਦੀ ਗੱਲ ਹੋਏਗੀ, ਉਹ ਤੇ ਮੈਨੂੰ ਨਹੀਂ ਪਤਾ। ਲੇਕਿਨ ਮੇਰਾ ਜਿਹੜਾ ਟਾਈਮ ਹੋਇਆ ਉਸ ਦੇ ਵਿੱਚ ਮੈਂ ਉਹ ਸਾਰੇ ਨਾਮ ਸਨ ਪ੍ਰਿੰਸੀਪਲ ਸਨ। ਅੱਛਾ ਜੀ। ਆਈਡਲ ਕੈਂਬਰਿਜ ਸਕੂਲ ਦਾ ਤਾਲਿਬ ਇਲਮ ਰਿਹਾ ਮੈਂ। ਆਈਡਲ ਕੈਂਬਰਿਜ ਵਿੱਚ ਮੈਂ ਇੱਥੇ ਪੜ੍ਹਦਾ ਰਿਹਾ, ਸੈਟਲਾਈਟ ਟਾਊਨ ਕਮਰਸ਼ੀਅਲ ਮਾਰਕੀਟ। ਅੱਛਾ। ਤੋ ਇਨਾਮ ਸਭ ਜਿਹੜੇ ਪ੍ਰਿੰਸੀਪਲ ਉਦੋਂ ਸਨ ਉਹ ਹੁਣ ਵੀ ਉਹੀ ਪ੍ਰਿੰਸੀਪਲ ਮੇਰੇ ਖਿਆਲ ਵਿੱਚ ਨਹੀਂ, ਹੁਣ ਤੇ ਮੇਰੇ ਖਿਆਲ ਉਹ ਸ਼ਾਇਦ ਚੇਂਜ ਹੋ ਗਿਆ ਹੁਣ। ਜੀ। ਤੇ ਬਹਰਹਾਲ ਇੰਜ ਦੀ ਗੱਲ ਹੈ ਕਿ ਮੈਂ ਉੱਥੇ ਪੜ੍ਹਦਾ ਰਿਹਾ। ਫਿਰ ਉਹਦੇ ਬਾਅਦ ਤੁਸੀਂ ਉਸ ਤੋਂ ਬਾਅਦ ਫਿਰ ਮੈਂ ਕਾਲਜ ਲਾਈਫ ਵਿੱਚ ਆ ਗਿਆ। ਕਿਹੜੇ ਕਾਲਜ ਦੇ ਸੀ? ਜੀ ਮੈਂ ਸਰਵਰ ਸ਼ਹੀਦ ਕਾਲਜ ਵਿੱਚ ਗੁਜਰ ਖਾਨ ਵਿੱਚ ਪੜ੍ਹਦਾ ਰਿਹਾ। ਅੱਛਾ ਜੀ ਜੀ ਇੰਟਰ ਲੈਵਲ ਤੱਕ। ਲੇਕਿਨ ਚੂੰਕਿ ਮੇਰੀ ਤਬੀਅਤ ਮੈਟ੍ਰਿਕ ਪਿੰਡੀ ਕਮਰਸ਼ੀਅਲ ਮਾਰਕੀਟ ਸੈਟਲਾਈਟ ਤੋਂ ਕਿ ਫਿਰ ਤੁਸੀਂ ਗੁਜਰ ਖਾਨ ਤੋਂ ਚਲੇ ਗਏ? ਫਿਰ ਗੁਜਰ ਖਾਨ ਚਲਾ ਗਿਆ ਮੈਂ। ਤੇ ਗੁਜਰ ਖਾਨ ਇਸ ਵਜ੍ਹਾ ਨਾਲ ਚਲਾ ਗਿਆ ਕਿ ਚੂੰਕਿ ਵਾਲਿਦ ਸਾਹਿਬ ਚੂੰਕਿ ਗਦੀ ਨਸ਼ੀਨ ਸਨ। ਅੱਛਾ। ਤੇ ਉਹ ਫਿਰ ਜ਼ਰੂਰਤ ਸਾਨੂੰ ਇਸ ਅਮਰ ਦੀ ਹੋ ਗਈ ਕਿ ਚੂੰਕਿ ਵਾਲਿਦ ਸਾਹਿਬ ਉਹ ਪਹਿਲੇ ਸਾਨੂੰ ਸ਼ਿਫਟ ਕੀਤਾ ਸੀ ਇੱਥੇ ਰਾਵਲਪਿੰਡੀ ਚ ਟੈਂਪਰੇਰੀ ਬੇਸਿਸ। ਆਸਤਾਨਾ ਕਿੱਥੇ ਸੀ? ਆਸਤਾਨਾ ਉੱਥੇ ਹੀ ਸੀ ਖਨਿਆਰਾ ਸ਼ਿਫਟ ਜਿੱਥੇ ਮੌਜੂਦ ਹੈ। ਅੱਛਾ। ਮੰਦਰਾ ਦੇ ਕੋਲ। ਅੱਛਾ। ਅਸੀਂ ਫਿਰ ਦੁਬਾਰਾ ਉੱਥੇ ਜਾਣਾ ਪੈ ਗਿਆ ਕਿਉਂਕਿ ਦਾਦਾ ਸਾਹਿਬ ਦੀ ਵਫਾਤ ਹੋਈ। ਅੱਛਾ। ਦਾਦਾ ਸਾਹਿਬ ਵਫਾਤ ਪਾ ਗਏ ਤੇ ਸਾਨੂੰ ਸ਼ਿਫਟ ਕੀਤਾ ਗਿਆ ਫਿਰ ਦੁਬਾਰਾ। ਠੀਕ ਹੈ। ਉਹ ਫਿਰ ਪੜ੍ਹਾਈ ਵੀ ਨਾਲ ਸ਼ਿਫਟ ਹੁੰਦੀ ਗਈ। ਠੀਕ ਹੈ। ਨਾਲ ਉਹਦੇ ਬਾਅਦ ਤੁਸੀਂ ਬੀਏ ਕੀਤਾ? ਫਿਰ ਇੰਟਰ ਤੋਂ ਬਾਅਦ ਬੀਏ ਪੰਜਾਬ ਯੂਨੀਵਰਸਿਟੀ ਚ ਕੀਤਾ। ਕਿਹੜੇ ਸਬਜੈਕਟ ਤੁਸੀਂ ਬੀਏ ਕੀਤਾ? ਜੀ ਉਸ ਦੇ ਵਿੱਚ ਮੇਰੇ ਜਿਹੜਾ ਸਬਜੈਕਟ ਸੀ ਉਹ ਇਸਲਾਮੀਆਤ ਸੀ। ਜਿਹੜਾ ਇਸ ਤੋਂ ਇਲਾਵਾ ਜਰਨਲਿਜ਼ਮ ਸੀ ਮੇਰੇ। ਅੱਛਾ। ਹਾਂਜੀ। ਤੇ ਉਹਦੇ ਬਾਅਦ ਫਿਰ ਤੁਸੀਂ ਇਹ ਇੰਗਲਿਸ਼ ਵੱਲ ਕਿਸ ਤਰ੍ਹਾਂ ਟੁਰ ਪਏ ਕਿ ਇੰਗਲਿਸ਼ ਸਰ ਸ਼ੌਕ ਸੀ ਮੈਨੂੰ ਅਸਲ ਵਿੱਚ। ਇੰਜ ਸੀ ਕਿ ਮੇਰੇ ਨਨਿਹਾਲ ਵਿੱਚ ਅੰਗਰੇਜ਼ੀ ਬਹੁਤ ਬੋਲੀ ਜਾਂਦੀ ਸੀ ਕਿਉਂਕਿ ਮੇਰੇ ਮਾਮੂ ਕਰਨਲ ਤੇ ਉਹ ਇਸ ਤਰ੍ਹਾਂ ਦੀ ਫੈਮਿਲੀ ਸੀ ਰਾਵਲਪਿੰਡੀ ਚ। ਤੇ ਮੇਰਾ ਬਚਪਨ ਕੁਝ ਟਾਈਮ ਉਧਰ ਵੀ ਗੁਜ਼ਰਿਆ। ਅੱਛਾ। ਤੇ ਉਹ ਉਹਨਾਂ ਦਾ ਰੰਗ ਬੱਚਿਆਂ ਦਾ ਜਿਹੜੇ ਉਹਨਾਂ ਮੇਰੇ ਕਜ਼ਨ ਵਗੈਰਾ ਸਨ ਆਪਣੀ ਮੇਲ ਫੀਮੇਲ ਉਹਨਾਂ ਸਭਾਂ ਦਾ ਰੰਗ ਚੜ ਗਿਆ ਫਿਰ ਮੇਰੇ ਤੇ। ਤਾਂ ਉਹ ਸੈਂਟ ਮੈਰੀਜ਼ ਦੇ ਪੜ੍ਹੇ ਠਾਣ ਲਈ ਕਿ ਮੈਂ ਠਾਣ ਲਈ ਮੈਂ ਕਿਹਾ ਮੈਨੂੰ ਇਸ ਪਾਸੇ ਜਾਣਾ ਚਾਹੀਦਾ ਹੈ ਕਿਉਂਕਿ ਇਹ ਤਾਂ ਬੜੀ ਜ਼ਰੂਰੀ ਚੀਜ਼ ਹੈ ਤੇ ਇਹ ਤਾਂ ਫਰ ਬੋਲਦੇ ਨੇ। ਠੀਕ ਹੈ। ਤੇ ਫਿਰ ਮੈਂ ਉਹਨਾਂ ਦੀ ਤਕਲੀਦ ਵਿੱਚ ਠੀਕ ਹੈ। ਹਾਂ ਫਿਰ ਤੁਸੀਂ ਸਪੋਕਨ ਇੰਗਲਿਸ਼ ਵੀ ਆਪਣੀ? ਜੀ ਸਰ ਮੈਂ ਸਪੋਕਨ ਇੰਗਲਿਸ਼ ਵਾਲੇ ਪਾਸੇ ਵੀ ਅਲਹਮਦੁਲਿਲਾ ਬੜੀ ਮਿਹਨਤ ਕੀਤੀ ਮੈਂ, ਇਸ ਵਿੱਚ ਕੋਈ ਸ਼ੱਕ ਨਹੀਂ। ਅੱਛਾ। ਮੈਂ ਖੁਦ ਕਨਫੈਸ ਕਰਦਾ ਕਿ ਮੈਂ ਬਹੁਤ ਮਿਹਨਤ ਕੀਤੀ ਔਰ ਮੇਰੇ ਖਿਆਲ ਵਿੱਚ ਦੇਖੋ ਜੀ ਮਿਹਨਤ ਰੰਗ ਲਾਂਦੀ ਹੈ ਨਾ। ਤੁਸੀਂ ਦੇਖਦੇ ਹੋ ਕਿ ਮਿਹਨਤ ਕਦੇ ਵੀ ਤੁਹਾਨੂੰ ਪਿੱਛੇ ਨਹੀਂ ਛੱਡਦੀ। ਜਿਹੜਾ ਬੰਦਾ ਮਿਹਨਤ ਕਰਦਾ ਇਹ ਬੜੀ ਇੰਪੋਰਟੈਂਟ ਗੱਲ ਦੱਸ ਰਹੇ ਨੇ ਪ੍ਰੋਫੈਸਰ ਸਾਹਿਬ ਕਿ ਮਿਹਨਤ ਵਿੱਚ ਅਜ਼ਮਤ ਹੈ। ਮਿਹਨਤ ਜਿਹੜਾ ਬੰਦਾ ਕਰਦਾ ਉਹ ਕਦੇ ਮਾਰ ਨਹੀਂ ਖਾਂਦਾ। ਇਹਨਾਂ ਨੇ ਕਿੰਨੀ ਮਿਹਨਤ ਕੀਤੀ ਤੇ ਅੱਜ ਇੰਗਲਿਸ਼ ਦੇ ਪ੍ਰੋਫੈਸਰ ਵੀ ਨੇ ਤੇ ਨਾਲ ਸ਼ਾਇਰੀ ਵੀ ਕਰਦੇ, ਸ਼ਾਇਰੀ ਪੰਜਾਬੀ 'ਚ ਕਰਦੇ ਨੇ। ਇਹ ਤੁਸੀਂ ਦੇਖੋ ਕਿਸ ਤਰ੍ਹਾਂ ਮਤਲਬ ਹੈ ਕਿ ਇੱਕ ਬੰਦਾ ਜਿਹੜਾ ਅੰਗਰੇਜ਼ੀ ਦੀ ਜ਼ਬਾਨ ਦਾ ਮਾਹਰ ਹੋ ਗਿਆ, ਮਾਹਿਰ ਤਾਲੀਮ ਹੈ, ਨਾਲ ਉਹ ਪੰਜਾਬੀ ਦੇ ਵੀ ਸ਼ਾਇਰੀ ਕਰ ਰਿਹਾ। ਸ਼ਾਹ ਸਾਹਿਬ ਇਹ ਦੱਸੋ ਕਿ ਤੁਸੀਂ ਸ਼ਾਇਰੀ ਵੱਲ ਕਿਸ ਤਰ੍ਹਾਂ ਆਏ ਹੋ? ਐਮ.ਏ. ਇੰਗਲਿਸ਼ ਤੇ ਤੁਸੀਂ ਕੀਤਾ ਤਾਂ ਉਹਦੇ ਬਾਰੇ ਰੋਸ਼ਨੀ ਪਾ ਕੇ ਤਾਂ ਤੁਸੀਂ ਇਹ ਦੱਸੋ ਕਿ ਕਿਸ ਉਮਰ ਵਿੱਚ ਤੁਹਾਨੂੰ ਲੱਗਿਆ ਕਿ ਮੈਂ ਹੁਣ ਸ਼ਾਇਰੀ ਵੱਲ ਆ ਜਾਵਾਂ ਜਾਂ ਬਕਾਇਦਾ ਕਿਸ ਤਰ੍ਹਾਂ ਤੁਸੀਂ? ਸਰ ਬਿਲਕੁਲ ਜਿਸ ਤਰ੍ਹਾਂ ਮੈਂ ਨੌਜਵਾਨ ਸਾਂ ਉਸ ਲਈ ਤਾਂ ਸ਼ਾਇਰੀ ਦਾ ਮੈਨੂੰ ਕੋਈ ਬਿਲਕੁਲ ਮੈਨੂੰ ਸ਼ਾਇਬਾ ਵੀ ਨਹੀਂ ਸੀ ਕਿ ਮੈਂ ਸ਼ਾਇਰ ਬਣਾਂਗਾ ਜਾਂ ਮੈਂ ਇਸ ਪਾਸੇ। ਅੱਛਾ। ਹਾਲਾਂਕਿ ਸਾਡੇ ਘਰਾਣੇ 'ਚ ਇਹ ਚੀਜ਼ ਚੱਲ ਰਹੀ ਸੀ ਕਿਉਂਕਿ ਸੈਯਦ ਜ਼ਮੀਰ ਜਾਫਰੀ ਜਦੋਂ ਜ਼ਿੰਦਾ ਸਨ। ਅੱਛਾ। ਤੇ ਉਦੋਂ ਮੈਂ ਬੱਚਾ ਸਾਂ, ਛੋਟਾ ਸਾਂ।
ਤਾਂ ਉਹ ਪ੍ਰੋਗਰਾਮ ਆਪਣੇ ਪੀਟੀਵੀ ਟੈਲੀਵਿਜ਼ਨ ਤੋਂ ਨਾ ਪੀਟੀਵੀ ਤੋਂ ਆਉਂਦੇ ਸਨ ਹਾਂਜੀ, ਤਾਂ ਉਹਨਾਂ ਨਾਲ ਲੋਕੀ ਆਉਂਦੇ ਸਨ ਤਾਂ ਉੱਥੇ ਆਪਣੇ ਖਨਿਆਰਾ ਸ਼ਰੀਫ ਪ੍ਰੋਗਰਾਮ ਕਰਦੇ ਹੁੰਦੇ ਸਨ ਅੱਛਾ ਜੀ ਜੀ ਤੇ ਤੇ ਸੈਯਦ even- ਜ਼ਮੀਰ ਜਾਫਰੀ ਦਾ ਜੀ। ਕੋਈ ਤਾਲੁਕ ਤੁਹਾਡਾ ਉਹਨਾਂ ਨਾਲ ਕੋਈ ਜੀ, ਮਤਲਬ ਜੀ। ਫੈਮਿਲੀ ਦਾ ਜਾਂ ਕਿ ਉਂਝ ਤੁਸੀਂ ਉਹਨਾਂ ਨਹੀਂ ਸੈਯਦ ਜ਼ਮੀਰ ਜਾਫਰੀ ਸਾਹਿਬ ਦਾ ਬੜਾ ਗਹਿਰਾ ਤਾਲੁਕ ਹੈ ਬੜਾ ਰੂਹਾਨੀ ਤਾਲੁਕ ਹੈ ਸਾਡੇ ਨਾਲ ਅੱਛਾ ਜੀ। ਤੇ ਉਹ ਅਗਰਚੇ ਉਹਨਾਂ ਦਾ ਤਾਲੁਕ ਚੱਕ ਅਬਦੁਲ ਖਾਲਿਕ ਜੇਲਮ ਤੋਂ ਸੀ ਤੇ ਲੇਕਿਨ ਉਹਨਾਂ ਦੀ ਜਿਹੜੀ ਵਾਲਦਾ ਸਾਹਿਬਾ ਸਨ ਉਹ ਸਾਡੇ ਖਾਨਦਾਨ ਵਿੱਚੋਂ ਸਨ ਅੱਛਾ ਜੀ ਜੀ ਤੇ ਉਹ ਵੀ ਫਿਰ ਹੋ ਹੀ ਗਏ ਨਾ ਜੀ ਜੀ ਉਹ ਖਾਨਦਾਨ ਵਿੱਚ ਤਾਂ ਇਹ ਉਸ ਦੀ ਇਹ ਵਜ੍ਹਾ ਸੇ ਫਿਰ ਇਹ ਕਿ ਜ਼ਮੀਰ ਜਾਫਰੀ ਸਾਹਿਬ ਆਪਣੀ ਕਿਤਾਬ बन का जंगल या कुछ इस तरह उस बन जंगल या इस तरह कुछ इस तरह कोई मैनू आई एम सॉरी मेरे जहन च नहीं आ रही तो उस विच लिखते ने कि मैनू जड़ा शौक शायरी है अगर चिंगारी है पीर मुहम्मद शाह तू मिली ना हो मतलब अच्छा। उस दे विच कोई बैद नहीं कि उथों मिली है मैं पीर मोहम्मद शाह साहब अच्छा। कि मैनू ये जी शौक शायरी है मैनू अपने नाना तो मिली है ਅੱਛਾ ਸੈਯਦ ਪੀਰ ਮੁਹੰਮਦ ਸ਼ਾਹ ਬੁਖਾਰੀ ਤੋਂ ਉਹ ਤੁਹਾਡੇ ਨਾਨਾ ਸਨ ਉਹ ਜ਼ਮੀਰ ਜਾਫਰੀ ਸਾਹਿਬ ਦੇ ਨਾਨਾ ਸਨ ਅੱਛਾ ਉਹਨਾਂ ਦੇ ਨਾਨਾ ਸਨ ਉਹਨਾਂ ਦੇ ਮੇਰੇ ਔਰ ਸਗੜ ਦਾਦਾ ਸਨ ਅੱਛਾ ਤੇ ਫਿਰ ਰਿਸ਼ਤਾ ਹੋ ਗਿਆ ਨਾ ਹਾਂ ਜੀ ਰਿਸ਼ਤਾ ਤੇ ਹੈ ਅੱਛਾ ਠੀਕ ਹੈ ਤੇ ਤੁਸੀਂ ਐਮਏ ਇੰਗਲਿਸ਼ ਦੇ ਕਿਸ ਏਜ ਵਿੱਚ ਕੀਤਾ ਹੋਏਗਾ ਐਮਏ ਇੰਗਲਿਸ਼ में लेट ਕੀਤਾ ਅੱਛਾ ਠੀਕ ਹੈ ਐਮਏ ਇੰਗਲਿਸ਼ में लेट ਕੀਤਾ ਹਾਲਾਂ ਮੈਨੂੰ ਜ਼ਰੂਰਤ ਨਹੀਂ ਸੀ ਕਿਉਂਕਿ ਮੇਰੀ ਅੰਗਰੇਜ਼ੀ ਸ਼ੁਰੂ ਤੋਂ ਅੱਛੀ ਰਹੀ ਬਹੁਤ ਅੱਛੀ ਰਹੀ ਹਾਂ ਜ਼ਾਹਿਰ ਲੇਕਿਨ ਆਬਵੀਅਸਲੀ ਮੈਂ ਫਿਰ ਉਹ ਕਿਸੇ ਗਵਰਨਮੈਂਟ ਜੌਬ ਵਿੱਚ ਤੇ ਨਹੀਂ ਸਾਂ ਠੀਕ ਹੈ ਉਹ ਫਿਰ ਮੈਂ ਲੇਟ ਹੀ ਕੀਤੀ ਠੀਕ ਹੈ ਇਹ ਜ਼ਰਾ ਲੇਟ ਕੀਤੀ ਮੈਂ ਇਸ ਪਾਸੇ ਲੇਟ ਆਇਆ ਪੰਜਾਬ ਯੂਨੀਵਰਸਿਟੀ ਤੋਂ ਤੁਸੀਂ ਪੰਜਾਬ ਯੂਨੀਵਰਸਿਟੀ ਤੋਂ ਫਿਰ ਮੈਂ ਕਰ ਗਿਆ ਅੱਛਾ ਫਿਰ ਤੁਸੀਂ ਇੰਗਲਿਸ਼ ਦੇ ਵਰਲਡ ਟੂਰ पे ਹੋ ਕੇ ਵੀ ਤੁਸੀਂ ਨਹੀਂ ਅੰਗਰੇਜ਼ੀ ਚ ਮੈਂ ਪਹਿਲੇ ਮੈਂ ਇੰਗਲਿਸ਼ ਤੋਂ ਪਹਿਲੇ ਮੈਂ ਚੱਲ ਪਿਆ ਸਾਂ ਅੰਗਰੇਜ਼ੀ ਵਾਲੇ ਪਾਸੇ ਅੱਛਾ ਅੰਗਰੇਜ਼ੀ ਵਾਲੇ ਪਾਸੇ ਮੈਂ ਚੱਲ ਪਿਆ ਸਾਂ ਤੇ ਅੰਗਰੇਜ਼ੀ ਨੂੰ ਮੈਂ ਇਸ ਤਰ੍ਹਾਂ ਸ਼ੁਰੂ ਤੋਂ ਰੱਖਿਆ ਸੀ ਜਿਸ ਤਰ੍ਹਾਂ ਮੇਰਾ ਆਪਣਾ ਸਬਜੈਕਟ ਹੁੰਦਾ ਹੈ ਅੱਛਾ ਉਹ ਉਸ ਦੇ ਵਿੱਚ ਇੱਕ ਮੈਨੀਆ ਪੈਦਾ ਹੋਇਆ ਉਸ ਦੇ ਵਿੱਚ ਇੱਕ ਮੇਰੇ ਆਪਣੇ ਕੁਝ ਇਮੋਸ਼ਨਸ ਮੇਰਾ ਇੱਕ ਸੀ ਜਿਸ ਨੂੰ ਆਦੇ ਨੇ ਖਬਤ ਹੁੰਦਾ ਹੈ ਨਾ ਅੱਛਾ ਤੇ ਹੁਣ ਤੁਸੀਂ ਅੰਗਰੇਜ਼ੀ ਦੇ ਅਕੈਡਮੀ ਖੋਲੀ ਹੈ ਜਾਂ ਜੀ ਕੈਂਬਰਿਜ ਅਕੈਡਮੀ ਦੇ ਨਾਂ ਤੋਂ ਕੈਂਬਰਿਜ ਆਇਲਟਸ ਅਕੈਡਮੀ ਗੁਜਰ ਖਾਨ ਹਾਊਸਿੰਗ ਸਕੀਮ ਨੰਬਰ 1 ਗੁਜਰ ਖਾਨ ਅੱਛਾ ਜੀ ਉੱਥੇ ਮੇਰੀ ਕੈਂਬਰਿਜ ਆਇਲਟਸ ਅਕੈਡਮੀ ਹੈ ਜਿੱਥੇ ਮੈਂ ਆਇਲਟਸ IELTS ਦੇ ਮੈਂ ਸਟੂਡੈਂਟਸ ਨੂੰ ਪੜ੍ਹਾ ਰਿਹਾ ਪਲੱਸ ਸਪੋਕਨ ਇੰਗਲਿਸ਼ ਨੂੰ ਪੜ੍ਹਾ ਰਿਹਾ ਤੇ ਇਸ ਤੋਂ ਇਲਾਵਾ ਨਾਲ ਮੈਂ ਆਪਣੀ ਜਿਹੜੀ ਚਲੋ ਸ਼ਾਇਰੀ ਵੱਲ ਮੈਂ ਪੁੱਛਿਆ ਸੀ ਤੇ ਸ਼ਾਇਰੀ ਵੱਲ ਵੀ ਅਸੀਂ ਆਵਾਂਗੇ ਇਹ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਬੱਚਿਆਂ ਨੂੰ ਸਪੋਕਨ ਇੰਗਲਿਸ਼ ਵੱਲ ਕੋਈ ਥੋੜੀ ਜੀ ਸਾਡੇ ਨਾਜ਼ਰੀਨ ਨੂੰ ਤੁਸੀਂ ਦੱਸੋ ਕਿ ਸਪੋਕਨ ਇੰਗਲਿਸ਼ ਬਿਹਤਰ ਕਰਨ ਵਾਸਤੇ ਜਾਂ ਤੁਸੀਂ ਕਿਹੜਾ ਫਾਰਮੂਲਾ ਸਰ ਮੇਰਾ ਸਭ ਤੋਂ ਬੜਾ ਵੱਡਾ ਫਾਰਮੂਲਾ ਹੈ ਇੱਕ ਤਾਂ ਆਲਰੇਡੀ ਮੈਨੂੰ ਉਹ ਟੰਗ ਆਉਂਦਾ ਹੈ ਕਿ ਸਟੂਡੈਂਟਸ ਨੂੰ ਕਿਸ ਤਰ੍ਹਾਂ ਕਨਵੇ ਕਰਨਾ ਹੈ ਅੱਛਾ ਕਿਉਂਕਿ ਇਟਸ ਬੀਨ ਲੌਂਗ ਟਾਈਮ ਸਾਡੇ ਨਾਜ਼ਰੀਨ ਨੂੰ ਤੁਸੀਂ ਦੱਸਣਾ ਇਹ ਛੋਟਾ ਜਿਹਾ ਹਾਂ ਜੀ ਜ਼ਰੂਰ ਉਹ ਇੰਜੇ ਕਿ ਅੰਗਰੇਜ਼ੀ ਦਾ ਮਾਹੌਲ ਦੇਣਾ ਬੜਾ ਜ਼ਰੂਰੀ ਹੁੰਦਾ ਹੈ ਠੀਕ ਹੈ ਘਰ ਵੀ ਮਤਲਬ ਹੈ ਨਹੀਂ ਕਲਾਸ ਵਿੱਚ ਕਿ ਸਟੂਡੈਂਟ ਜਿਹੜਾ ਹੈ ਤਕਰੀਬਨ 2 ਆਵਰਸ ਬਸ ਅਗਰ ਉਹ ਮੇਰੇ ਕੋਲ ਆਂਦਾ ਤਾਂ ਉਸ ਨੂੰ ਫਿਰ ਮੈਂ ਕਨਵਰਸ ਕਰੀਦਾ ਉਹਦੇ ਨਾਲ ਇੰਗਲਿਸ਼ ਦੇ ਵਿੱਚ ਉਹਨੂੰ ਮਾਹੌਲ ਦੇਈਦਾ ਕਲਾਸ ਦੇ ਅੰਦਰ ਠੀਕ ਹੈ ਤੇ ਉਹ ਜਿਹੜੇ 2 ਆਵਰਸ ਜੋ ਐਲੋਕੇਟਡ ਟਾਈਮ ਹੁੰਦਾ ਉਹ ਉਸ ਨੂੰ ਥੇ ਪ੍ਰੈਕਟਿਸ ਵਾਸਤੇ ਦੇਈਦਾ ਇੰਗਲਿਸ਼ ਬੋਲੀਦਾ ਜੀ ਇੰਗਲਿਸ਼ ਬੋਲੀਦਾ ਔਰ ਉਸ ਨੂੰ ਫੋਰਸ ਕਰੀਦਾ ਇੰਗਲਿਸ਼ ਬੋਲਣੇ ਤੋਂ ਪਲੱਸ ਕੁਝ ਮੈਥਡਸ ਉਸ ਦੀ ਅੱਛਾ ਸ਼ੁਰੂ ਉਸ ਦੇ ਟਰੈਕ ਨੂੰ ਠੀਕ ਕਰੀਦਾ ਸਭ ਤੋਂ ਵੱਧ ਕੇ ਜਿਸ ਵੇਲੇ ਸ਼ੁਰੂ ਸਟੂਡੈਂਟ ਕੋਈ ਆਂਦਾ ਹੋਏਗਾ ਜ਼ਾਹਿਰੀ ਗੱਲ ਹੈ ਗੁਜਰ ਖਾਨ ਹੈ ਤੇ ਉੱਥੇ ਇਹੋ ਜਿਹੇ ਵੀ ਸਟੂਡੈਂਟ ਸ਼ੌਕ ਤੇ ਉਹਨਾਂ ਨੂੰ ਹੋਏਗਾ ਇੰਗਲਿਸ਼ ਨਹੀਂ ਆਂਦੀ ਹੋਏਗੀ ਤੇ ਉਹ ਫਿਰ ਗਲਤ ਬੋਲਦੇ ਜਾਂ ਸਹੀ ਗਲਤ ਬੋਲਦੇ ਤੁਸੀਂ ਇੰਜੋਏ ਵੀ ਕਰਦੇ ਹੋ ਨਾਲ ਕਿ ਕੀ ਜੀ ਸਰ ਇੰਜੀ ਹੈ ਅਸਲ ਵਿੱਚ ਅੰਗਰੇਜ਼ੀ ਇੱਕ ਐਸਾ ਫੈਕਟ ਹੈ ਕਿ ਉਹ ਨਾ ਸਿਰਫ ਗੁਜਰ ਖਾਨ ਬਲਕਿ ਮੈਂ ਚੁੱਕੇ ਰਾਵਲਪਿੰਡੀ ਚ ਜ਼ਾਵੀਆ ਅਕੈਡਮੀ ਦਾ ਟੀਚਰ ਰਿਹਾ ਤੇ ਬੜਾ ਅਰਸਾ ਮੈਂ ਇੱਥੇ ਅਕੈਡਮੀ ਵਿੱਚ ਪੜ੍ਹਾਉਂਦਾ ਰਿਹਾ ਇੱਥੇ ਵੀ ਬਹੁਤ ਅੱਛੇ ਮੈंने ਲੋਕ ਦੇਖੇ ਨੇ ਜਿਹੜੇ ਅੰਗਰੇਜ਼ੀ ਚ ਮਾਰ ਖਾ ਜਾਂਦੇ ਨੇ ਅੱਛਾ ਤਾਂ ਇਨਫੈਕਟ ਜਿਹੜਾ ਸਿਸਟਮ ਹੈ ਉਹ ਠੀਕ ਨਹੀਂ ਸਾਡਾ ਇਨਫੈਕਟ ਇਹ ਹੈ ਕਿ ਚੂੰਕਿ ਸਟੂਡੈਂਟਸ ਨੂੰ ਅੰਗਰੇਜ਼ੀ ਦੇ ਜਿਹੜੇ ਅਸਾਤਜ਼ਾ ਨੇ ਉਹ ਰੱਟੇ ਵਾਲੇ ਪਾਸੇ ਲੈ ਕੇ ਜਾਂਦੇ ਨੇ ਜੀ ਹਾਂ ਰੱਟੇ ਦੀ ਵਜ੍ਹਾ ਨਾਲ ਚੂੰਕਿ ਸਟੂਡੈਂਟ ਸਮਝ ਨਹੀਂ ਸਕਦਾ ਉਹ ਕੋਗਨੀਟਿਵ ਸਟੱਡੀਜ਼ ਬਹੁਤ ਜ਼ਿਆਦਾ ਦੂਰ ਹੁੰਦਾ ਹੈ ਕਨਸੈਪਚੁਅਲ ਜਿਹੜੀ ਸਟੱਡੀਜ਼ ਹੁੰਦੀ ਨਾ ਉਹ ਇਨਫੈਕਟ ਉਹ ਬੇਸ ਹੁੰਦੀ ਹੈ So what do you think fundamental English is very much important for those students? Fundamental is really very important because students must have the knack to understand all the tenses like present, past, future. You also teach them all the tenses from the very basic. All the tenses plus a lot of other lessons which are very important, which are very much supportive for
spoken English language, to learn spoken English language. Yeah, because this is not our language. So to learn the language of other people, we must know the fundamentals and rules. These are very important because English is the name of set of rules. It's not other than something else. So ਇਹ ਤੇ ਇੰਗਲਿਸ਼ ਦੀ ਗੱਲ ਹੋ ਗਈ ਜੀ ਜੀ ਸਰ। ਅੱਛਾ ਹੁਣ ਤੁਸੀਂ ਇਹ ਦੱਸੋ ਕਿ ਤੁਸੀਂ ਸ਼ਾਇਰੀ ਵੱਲ ਕਦੋਂ ਤੇ ਕਿਸ ਤਰ੍ਹਾਂ ਕੀ ਵਾਕਿਆ ਪੇਸ਼ ਆਇਆ ਕੋਈ ਵਾਕਿਆ ਪੇਸ਼ ਆਇਆ ਜੀ ਸਰ ਐਨਸੀ ਵਾਕਿਆ ਪੇਸ਼ ਨਹੀਂ ਆਇਆ ਇਨਫੈਕਟ ਹੋਇਆ ਇਹ ਕਿ ਚੂੰਕਿ ਮੈਂ ਜਦ ਬੱਚਾ ਸੀ ਤੇ ਮੈਂ ਜਦ ਤੁਹਾਨੂੰ ਦੱਸਿਆ ਕਿ ਜ਼ਮੀਰ ਜਾਫਰੀ ਸਾਹਿਬ ਤਸ਼ਰੀਫ ਲਿਆਉਂਦੇ ਹੁੰਦੇ ਸਨ ਤੇ ਉਹਨਾਂ ਦੀ ਬੜੀ ਖਾਸ ਇਹ ਗੱਲ ਮੈਨੂੰ ਉਹ ਬੜਾ ਪਸੰਦ ਕਰਦੇ ਸਨ ਉਹਨਾਂ ਦਾ ਅੱਜ ਵੀ ਲੈਟਰ ਪਿਆ ਮੇਰੇ ਕੋਲ ਜਿਸ ਦੇ ਵਿੱਚ ਉਹਨਾਂ ਮੇਰੇ ਵਾਲਿਦ ਸਾਹਿਬ ਨੂੰ ਲਿਖਿਆ ਸੀ ਕਿ ਬੇਟਾ ਮੈਨੂੰ ਬਹੁਤ ਪਸੰਦ ਹੈ ਜੀ ਸ਼ਖਸੀਅਤ ਮੈਨੂੰ ਬਹੁਤ ਪਸੰਦ ਹੈ ਅੱਛਾ ਤੇ ਉਹ ਮੈਨੂੰ ਜਦੋਂ ਵੀ ਆਉਂਦੇ ਸਨ ਤੇ ਮੇਰੇ ਵਿਹੜੇ ਖਲੋ ਕੇ ਨਾ ਤੇ ਉਹ ਮੈਨੂੰ ਆਖਦੇ ਹੁੰਦੇ ਬੇਟਾ ਲਿਖਿਆ ਕਰਨਾ ਤੇ ਮੈਨੂੰ ਉਦੋਂ ਸਮਝ ਨਹੀਂ ਸੀ ਆਉਂਦੀ ਬਈ ਕੀ ਲਿਖਵਾਉਣਾ ਚਾਹੁੰਦੇ ਨੇ ਮੈਨੂੰ ਜੋ I didn't have any ਇੰਗਲਿਸ਼ ਦਾ ਐਸੇ even a least idea about ਕਿ ਪਤਾ ਨਹੀਂ ਕਿ ਲਿਖਵਾਉਣਾ ਚਾਹ ਰਹੇ ਨੇ ਲੇਕਿਨ ਮੈਨੂੰ ਵਕਤ ਗੁਜ਼ਰਦਾ ਗਿਆ ਜਿਸਲੇ ਆਪ ਦੁਨੀਆ ਤੋਂ ਪਰਦਾ ਫਰਮਾ ਗਏ ਤੇ ਫਿਰ ਮੈਨੂੰ ਇੱਕ ਉਹ ਬਲੱਡ ਜਿਸਲੇ ਸਾਡੀ ਚੀਜ਼ ਹੁੰਦੀ ਹੈ ਨਾ ਤਾਂ ਫਿਰ ਉਹ ਇਮਰਜ ਹੁੰਦੀ ਹੈ ਐਗਜ਼ੈਕਟਲੀ ਉਹ ਸਾਹਮਣੇ ਆ ਜਾਂਦੀ ਹੈ ਨਾ ਰਿਵੀਲ ਹੋ ਜਾਂਦੀ ਹੈ ਬਿਲਕੁਲ ਤਾਂ ਉਹ ਫਿਰ ਮੈਂ ਸਟਾਰਟ ਕੀਤਾ ਚੋ ਮਿਸਰੇ ਤੋਂ ਪੰਜਾਬੀ ਦੇ ਚੋ ਮਿਸਰੇ ਚੁੱਕੇ ਸਾਡੇ ਖਿੱਤੇ ਪਠਵਾਰ ਵਿੱਚ ਚੋ ਮਿਸਰਾ ਚੱਲਦਾ ਪੰਜਾਬੀ ਦਾ ਪਠਵਾਰੀ ਉਸਨੂੰ ਕਹਿੰਦੇ ਨੇ ਲੇਕਿਨ ਉਹ ਇਨਫੈਕਟ ਪਠਵਾਰੀ ਲਹਿਜੇ ਵਿੱਚ ਨਹੀਂ ਹੈ ਬਲਕਿ ਪੰਜਾਬੀ ਦਾ ਹਿੱਸਾ ਹੈ ਪੰਜਾਬੀ ਚੋ ਮਿਸਰਾ ਜਿਸਾ ਰੁਬਾਈ ਹੁੰਦੀ ਹੈ ਸਮਝ ਲਓ ਇਹ ਗੱਲ ਹੋਈ ਜੀ ਉਂਝ ਹੀ ਹੁੰਦੀ ਹੈ ਕਾਫੀਆ ਬਰਾਬਰ ਆ ਜਾਂਦਾ ਉਸ ਦਾ ਇੰਜ ਠੀਕ ਹੈ ਤੇ ਉਹ ਮੈਂ ਸਟਾਰਟ ਕੀਤਾ ਇੱਕ ਸ਼ਾਇਰ ਸਨ ਪਠਵਾਰੀ ਉਹਨਾਂ ਮੈਨੂੰ ਇੰਟਰੋਡਿਊਸ ਕੀਤਾ ਕੁਝ ਪਲੇਟਫਾਰਮਸ ਤੇ ਪਠਵਾਰੀ ਪਲੇਟਫਾਰਮਸ ਤੇ ਉਸ ਤੋਂ ਬਾਅਦ ਫਿਰ ਮੈਂ ਕਹਿਣਾ ਸ਼ੁਰੂ ਕਰ ਦਿੱਤਾ ਜੀ ਮੈਂ ਕਹਿਣਾ ਸ਼ੁਰੂ ਕੀਤਾ ਚੋ ਮਿਸਰਾ ਕਹਿਣਾ ਸ਼ੁਰੂ ਕੀਤਾ ਲੇਕਿਨ ਕੁਝ ਦੋਸਤਾਂ ਨੇ ਮੈਨੂੰ ਆਖਿਆ ਕਿ ਤੁਸੀਂ ਇਹ ਜਿਹੜੇ ਬੇਵਜ਼ਨ ਚੋ ਮਿਸਰੇ ਵਾਲੇ ਨੇ ਇਹਨਾਂ ਤੋਂ ਹਟ ਜਾਓ ਅੱਛਾ ਕਿਉਂਕਿ ਤੁਹਾਡੇ ਵਾਸਤੇ ਬਿਹਤਰ ਹੈ ਕਿ ਤੁਸੀਂ ਰਾਵਲਪਿੰਡੀ ਜਾਓ ਤੇ ਉੱਥੇ ਹਲਕਾ ਅਰਬਾਬ ਜ਼ੌਕ ਹੈ ਉੱਥੇ ਤੁਸੀਂ ਇੰਟਰਸਟ ਲਵੋ ਤੇ ਉੱਥੇ ਜਾਓ ਤੁਸੀਂ ਉਹਨਾਂ ਦੇ ਕਹਿਣ ਤੇ ਫਿਰ ਮੈਂ ਜਿਸਲੇ ਹਲਕਾ ਅਰਬਾਬ ਜ਼ੌਕ ਰਾਵਲਪਿੰਡੀ ਐਂਟਰ ਹੋਇਆ ਤੇ ਉੱਥੇ ਦੋਸਤਾਂ ਨਾਲ ਮੇਰੀ ਮੁਲਾਕਾਤ ਹੋਈ ਤੇ ਮੈਨੂੰ ਸੱਚੀ ਗੱਲ ਹੈ ਮੈਂ ਕਨਫੈਸ ਕਰਦਾ ਮੈਨੂੰ ਉਦੋਂ ਆਈਡੀਆ ਨਹੀਂ ਸੀ ਬਿਕਾਜ਼ ਮੈਂ ਇਹਨਾਂ ਚੀਜ਼ਾਂ ਤੋਂ ਦੂਰ ਸਾਂ ਜੀ ਹਾਂ ਤੇ ਉਹ ਨਵਾਂ ਸਾਂ ਤਾਂ ਫਿਰ ਮੈਨੂੰ ਮੇਰੀ ਐਸੇ ਗੱਲ ਨੂੰ ਮੇਰੀ ਸਾਦਗੀ ਆਖਿਆ ਗਿਆ ਇੱਥੇ ਦੇ ਲੋਕ ਜਿਹੜੇ ਸਨ ਜਿਹੜੇ ਸਮਝਦਾਰ ਬਣਦੇ ਸਨ ਉਹਨਾਂ ਆਖਿਆ ਜੀ ਸਾਦਾ ਭੋਲਾ ਜਿਹਾ ਬੰਦਾ ਇਸ ਨੂੰ ਕੋਈ ਨਹੀਂ ਪਤਾ ਲੇਕਿਨ ਇੱਕ ਨੈਚੁਰਲ ਜਿਹੀ ਗੱਲ ਹੈ ਕਿ ਜਦ ਤੁਸੀਂ ਤੁਹਾਡੀ ਫੀਲਡ ਹੀ ਡਿਫਰੈਂਟ ਸੀ ਮਤਲਬ ਤੁਹਾਡੇ ਬਲਡ ਵਿੱਚ ਸ਼ਾਇਰੀ ਨਹੀਂ ਸੀ ਐਂਟਰ ਹੋ ਰਹੀ ਸੀ ਲੇਕਿਨ ਤੁਸੀਂ ਜਿਹੜਾ ਉਹ ਮਤਲਬ ਅੰਦਰ ਦਾ ਜਿਹੜਾ ਜ਼ੌਕ ਸੀ ਸ਼ੌਕ ਸੀ ਜਿਹੜਾ ਜ਼ਮੀਰ ਜਾਫਰੀ ਸਾਹਿਬ ਹੋਰਾਂ ਤੁਹਾਡੇ ਅੰਦਰ ਜਿਹੜਾ ਪੰਪ ਕੀਤਾ ਸੀ ਇੰਜੈਕਟ ਕੀਤਾ ਸੀ ਜੀ ਜ਼ਮੀਰ ਜਾਫਰੀ ਹੋਰਾਂ ਨਾਜ਼ਰੀਨ ਮੈਂ ਉਹਨਾਂ ਨਾਲ ਮੇਰੀ ਮੁਲਾਕਾਤ ਰਹੀ ਹੈ ਮੈਂ ਰੇਡੀਓ ਪਾਕਿਸਤਾਨ ਹੀ ਚਾਂਸ ਤੇ ਉੱਥੇ ਉਹ ਆਂਦੇ ਸਨ ਤੇ ਮੇਰੀ ਮੁਲਾਕਾਤ ਉਹਨਾਂ ਨਾਲ ਰਹੀ ਹੈ ਜ਼ਮੀਰ ਜਾਫਰੀ ਤੇ ਉਹਨਾਂ ਨੇ ਤੁਹਾਨੂੰ ਫਿਰ ਕੋਈ ਦੱਸਿਆ ਜੀ ਮੈਂ ਦੱਸਿਆ ਤੁਹਾਨੂੰ ਇਹ ਤੁਹਾਡਾ ਸ਼ੌਕ ਹੈ ਨਾਜ਼ਰੀਨ ਮੈਂ ਸ਼ੌਕ ਦੀ ਮੈਂ ਗੱਲ ਨਹੀਂ ਕਰ ਰਿਹਾ ਕਿ ਦੇਖੋ ਸ਼ੌਕ ਜਿਹੜਾ ਹੈ ਕੀ ਬੰਦੇ ਕੋਲੋਂ ਕਰਾਂਦਾ ਤੇ ਕਿੱਥੇ ਕਿਸ ਪੋਜੀਸ਼ਨ 'ਚ ਲੈ ਆਂਦਾ ਇਹਨਾਂ ਦਾ ਸ਼ੌਕ ਸੀ ਸ਼ਾਇਰੀ ਕਰਨ ਦਾ ਇਹ ਪਿੰਡੀ ਆਏ ਇਹਨਾਂ ਸਿੱਖਿਆ ਇਹਨਾਂ ਨੇ ਉਹਦੇ ਉੱਤੇ ਪ੍ਰੈਕਟਿਸ ਕੀਤੀ ਤੇ ਅੱਜ ਮਾਸ਼ਾਅੱਲਾ ਦੇਖੋ ਜੀ ਜਿਵੇਂ ਮੈਂ ਅਰਜ਼ ਕੀਤਾ ਕਿ ਮੈਂ ਸਟਾਰਟ ਚੋ ਮਿਸਰੇ ਤੋਂ ਕੀਤਾ ਸੀ ਉਸ ਤੋਂ ਬਾਅਦ ਚੂੰਕਿ ਮੈਂ ਉਦੋਂ ਗੁਜਰ ਖਾਨ ਸੀ ਤੇ ਉਦੋਂ ਵੀ ਮੈਂ ਅਕੈਡਮੀ ਸਟਾਰਟ ਕੀਤੀ ਸੀ ਉੱਥੇ ਨਾ ਲੇਕਿਨ ਕੁਝ ਅਰਸਾ ਮੈਂ ਰਹਿ ਕੇ ਉੱਥੇ ਤੋਂ ਵਾਈਂਡ ਅਪ ਕਰ ਦਿੱਤਾ ਫਿਰ ਮੈਂ ਬਿਹਤਰ ਸਮਝਿਆ ਕਿ ਰਾਵਲਪਿੰਡੀ ਜ਼ਿਆਦਾ ਬਿਹਤਰ ਹੈ ਤਾਂ ਇੱਥੇ ਚੁੱਕੇ ਘਰ ਲੈ ਲਿਆ ਸੀ ਤੇ ਉਹ ਫਿਰ ਇੱਥੇ ਸ਼ਿਫਟ ਹੋ ਗਿਆ ਮਾਸ਼ਾਅੱਲਾ ਤੇ ਇੱਥੇ ਸ਼ਿਫਟ ਹੋਣ ਨਾਲ ਫਿਰ ਇਹ ਕਿ ਮੈਂ ਫਿਰ ਲੱਭਦਾ ਰਿਹਾ ਕਿ ਕਿਹੜੀ ਥਾਂ ਹੈ ਜਿੱਥੇ ਜਾਣਾ ਚਾਹੀਦਾ ਉਹ ਫਿਰ ਹਲਕਾ ਅਰਬਾਬ ਜ਼ੌਕ ਮੈਨੂੰ ਫਿਰ ਗੁਜਰ ਖਾਨ ਦੇ ਚੰਦ ਬੰਦੇ ਸਨ ਉਹਨਾਂ ਆਖਿਆ ਜੀ ਤੁਸੀਂ ਉੱਥੇ ਜਾਓ ਤੇ ਉੱਥੇ ਜਾਣਾ ਸ਼ੁਰੂ ਕਰ ਦਿੱਤਾ ਮੈਂ ਕਾਫੀ ਲਰਨ ਕੀਤਾ ਉੱਥੇ ਮੈਨੂੰ ਕੁਝ ਵੀ ਪਤਾ ਨਹੀਂ ਸੀ ਸੱਚੀ ਗੱਲ ਹੈ ਤਾਂ ਉਹਨਾਂ ਦੀ ਮੁਹੱਬਤ ਸੀ ਮੈਡਮ ਫਰੀਨ ਚੌਧਰੀ ਮੈਂ ਉਹਨਾਂ ਦਾ ਅਜੇ ਵੀ ਮਸ਼ਕੂਰ ਹਾਂ ਕਿ ਉਹਨਾਂ ਮੇਰੇ ਨਾਲ ਸੱਚੀ ਗੱਲ ਹੈ ਕਿ ਬੜੀ ਮੁਹੱਬਤ ਕੀਤੀ ਉਹ ਉਹਨਾਂ ਦੇ ਕੰਨ 'ਚ ਆਵਾਜ਼ ਪਵੇ ਤੇ ਬਹਰਹਾਲ ਮੈਂ ਉਹਨਾਂ ਦੀ ਮਿਹਰਬਾਨੀ ਸਮਝਦਾ ਉਹਨਾਂ ਮੈਨੂੰ ਇੰਟਰੋਡਿਊਸ ਕੀਤਾ ਗੁਜਰ ਖਾਨ ਆਪਣਾ ਰਾਵਲਪਿੰਡੀ ਇਸਲਾਮਾਬਾਦ ਦੇ ਹਲਕੇ 'ਚ ਉਹਨਾਂ ਮੇਰੇ ਸਿਰ ਤੇ ਉਹ ਜ਼ਿੰਮੇਵਾਰੀ ਰੱਖੀ ਕਿ ਜਿਸ ਦਾ ਮੈਨੂੰ I didn't have any iota of it. तो बहरहाल वो फिर मैं कीता अरेंज कीता प्रोग्राम्स अरेंज कीते मुशायरे अरेंज कीते प्रोग्राम्स तो लर्न कीता बहुत कुछ लर्न कीता ਹੁਣ ਤੇ ਮਾਸ਼ਾਅੱਲਾ ਤੁਸੀਂ ਬਹੁਤ ਅਲਹਮਦੁਲਿਲਾ ਕਰਸਾ ਹੋ ਗਿਆ ਤੁਹਾਨੂੰ ਕੋਈ ਸ਼ੁਰੂ ਦਾ ਕੋਈ ਅਗਰ ਯਾਦ ਹੋਵੇ ਕੋਈ ਜਿਹੜਾ ਪਹਿਲਾ ਚੋ ਮਿਸਰਾ ਤੁਸੀਂ ਕਿਹਾ ਹੋਣਾ
ਉਹ ਕਰ ਜ਼ਬਾਨੀ ਤੁਹਾਨੂੰ ਯਾਦ ਹੋਵੇ ਜਾਂ ਤੁਸੀਂ ਕੋਈ ਉਸ ਏਜ ਦੀ ਜਿਹੜੀ ਸ਼ੁਰੂ ਦੀ ਉਹ ਕੋਈ ਹਾਂ ਸਰ ਉਹ ਨਾਜ਼ਰੀਨ ਨਾਲ ਸੀ ਸਾਂਝਾ ਕਿ ਇਸ਼ਕ ਚੋ ਮਿਸਰਾ ਸੀ ਕਿ ਇਸ਼ਕ ਪੁਕਾਰਦਾ ਜਗ ਸਾਰਾ ਸੱਚਾ ਇਸ਼ਕ ਕਮਾਣਾ ਬਹੁਤ ਔਖਾ ਕੀਤਾ ਇਸ਼ਕ ਅਲੀ ਜੋ ਨਬੀ ਦੇ ਨਾਲ ਐਸਾ ਇਸ਼ਕ ਨਿਭਾਣਾ ਬਹੁਤ ਔਖਾ ਕਿਆ ਕਹਿਣਾ ਜਾਮੇ ਇਸ਼ਕ ਪੀ ਕੇ ਸ਼ਬੀਰ ਵਾਂਗੂ 72 ਤਨ ਕੁਹਾਣਾ ਬਹੁਤ ਔਖਾ ਹਮਦ ਸ਼ਾਹ ਹਕੀਕਤ ਜਗ ਜਾਣੇ ਮੰਜ਼ਿਲ ਇਸ਼ਕ ਦੀ ਪਾਣਾ ਬਹੁਤ ਔਖਾ ਵੈਰੀ ਮਾਸ਼ਾਅੱਲਾ ਕਿਆ ਕਹਿਣਾ ਜੀ ਅੱਛਾ ਤੁਹਾਡਾ ਮੈਂ ਦੇਖਿਆ ਕਿ ਤੁਹਾਡਾ ਜਿਹੜਾ ਲਗਾਓ ਹੈ ਅਹਿਲੇ ਬੈਤ ਨਾਲ ਤੇ ਅਲੀ ਮੁਰਤਜ਼ਾ ਨਾਲ ਬੜਾ ਮਾਸ਼ਾਅੱਲਾ ਜੀ ਬਹੁਤ ਜ਼ਿਆਦਾ ਲਗਾਓ ਤੁਸੀਂ ਸੱਚੇ ਦਿਲ ਨਾਲ ਜਿਹੜਾ ਜੀ ਬਹੁਤ ਜ਼ਿਆਦਾ ਹੈ ਸਾਡਾ ਇਹ ਦੇਖੋ ਨਾ ਹਰ ਮੁਸਲਮਾਨ ਦਾ ਫਰਜ਼ ਹੈ ਜੀ ਉਹ ਫਰਜ਼ ਹੈ ਕਿ ਇੱਕ ਸੈਯਦ ਦਾ ਨਹੀਂ ਹੋਣਾ ਚਾਹੀਦਾ ਬਲਕਿ ਸਭ ਦਾ ਮਾਸ਼ਾਅੱਲਾ ਸੈਯਦ ਜੀ ਤੇ ਫਿਰ ਕੋਈ ਤੁਹਾਡੀ ਕਿਤਾਬਾਂ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਤਨਸੀਬ ਉਸ ਵੇਲੇ ਵੀ ਤੁਸੀਂ ਟੁਰ ਪਏ ਫਿਰ ਸ਼ਾਇਰੀ ਕਰਦੇ ਮਾਸ਼ਾਅੱਲਾ ਤੁਹਾਡੇ ਕੋਲ ਬਹੁਤ ਜ਼ਿਆਦਾ ਅਵਾਰਡਸ ਵੀ ਅਸੀਂ ਦੇਖ ਰਹੇ ਹਾਂ ਉਹ ਪੂਰੀ ਜਨਾਬ ਸਜੀ ਹੈ ਮੈਂ ਚੁੱਕੇ ਪੰਜਾਬੀ ਚ ਪੋਇਟਰੀ ਕੀਤੀ ਤੇ ਪੰਜਾਬ ਨੇ ਮੈਨੂੰ ਵੈਲਕਮ ਕੀਤਾ ਤੇ ਪੰਜਾਬ ਨੇ ਮੈਨੂੰ ਮੁਹੱਬਤ ਦਿੱਤੀ ਔਰ ਦੇ ਰਹੇ ਹਨ ਪੰਜਾਬੀ ਲੋਕ ਮੇਰੇ ਨਾਲ ਮੁਹੱਬਤ ਕਰਦੇ ਨੇ ਮੈਂ ਜਾਣਦਾ ਤੇ ਮਿਲਦੇ ਨੇ ਤੇ ਉਹਨਾਂ ਦੀ ਬੜੀ ਮਿਹਰਬਾਨੀ ਮੇਰੇ ਦੋਸਤ ਨੇ ਮੁਹੰਮਦ ਹਸਨੈਨ ਭੱਟੀ ਸਾਹਿਬ ਲਾਹੌਰ ਵਿੱਚ ਰਹਿੰਦੇ ਨੇ ਬਹੁਤ ਵੱਡੇ ਪੰਜਾਬੀ ਸੇਵਕ ਨੇ ਤੇ ਫਿਰ ਮੀਆਂ ਆਸਫ ਸਾਹਿਬ ਨੇ ਰਹੀਮ ਯਾਰ ਖਾਨ ਦੇ ਉਹ ਵੀ ਦੋਸਤ ਨੇ ਮੇਰੇ ਬੜੇ ਅੱਛੇ ਤੇ ਉਹਨਾਂ ਦੀ ਮੁਹੱਬਤਾਂ ਬਹੁਤ ਜ਼ਿਆਦਾ ਖਸੂਸੀ ਜਿਹੜੇ ਮੈਂ ਤੁਹਾਨੂੰ ਗੱਲ ਕੀਤੀ ਹਸਨੈਨ ਭੱਟੀ ਸਾਹਿਬ ਉਹਨਾਂ ਬਹੁਤ ਜ਼ਿਆਦਾ ਮੇਰੇ ਕਲਾਮ ਨੂੰ ਤੇ ਈਵਨ ਮੇਰੇ ਵਡਕਿਆਂ ਦੇ ਕਲਾਮ ਨੂੰ ਨਾ ਉਹਨਾਂ ਕਾਫੀ ਮੁਸ਼ਤਹਰ ਕੀਤਾ ਬਜ਼ੁਰਗਾਂ ਦਾ ਜਿਹੜਾ ਨਾ ਤੁਹਾਡੇ ਤੇ ਬੜਾ ਕਰਮ ਰਿਹਾ ਹੈ ਉਹਨਾਂ ਦੀ ਦੁਆਵਾਂ ਜੀ ਬੇਸ਼ੱਕ ਤੇ ਬਜ਼ੁਰਗਾਂ ਬਾਰੇ ਆਪਣੇ ਥੋੜੀ ਜੀ ਨਾਜ਼ਰੀਨ ਨੂੰ ਦੱਸੋ ਕਿ ਜੀ ਕਿ ਕਿਸ ਸਾਰਾ ਤਾਰਫ ਤੁਸੀਂ ਆਪੇ ਕਰਾਓਗੇ ਜੀ ਮੇਰਾ ਜਿਹੜਾ ਤਲਕ ਹੈ ਸੈਯਦ ਜ਼ਮੀਰ ਜਾਫਰੀ ਦਾ ਹਵਾਲਾ ਹੈ ਹੀ ਹੈ ਜੀ ਤੇ ਸੈਯਦ ਜ਼ਮੀਰ ਜਾਫਰੀ ਸਾਹਿਬ ਕੋ ਜਿੱਥੋਂ ਚਿੰਗ ਮਿਲੀ ਸੀ ਜਾਂ ਜਿੱਥੋਂ ਉਹਨਾਂ ਨੂੰ ਇਨਸਪੀਰੇਸ਼ਨ ਮਿਲੀ ਸੀ ਉਹ ਸਨ ਸੈਯਦ ਪੀਰ ਮੁਹੰਮਦ ਸ਼ਾਹ ਬੁਖਾਰੀ ਜਿਹੜੇ ਮੇਰੇ ਸਗੜ ਦਾਦਾ ਯਾਨੀ ਮੇਰੇ ਗ੍ਰੇਟ ਗ੍ਰੈਂਡਫਾਦਰ ਉਹ ਜਨਾਬ ਉਹਨਾਂ ਦਾ ਜਿਹੜਾ ਟਾਈਮ ਸੀ ਉਹ ਮੀਆਂ ਮੁਹੰਮਦ ਸਾਹਿਬ ਕੋਲੋਂ ਸੀਨੀਅਰ ਸਨ ਉਮਰ ਤੋਂ ਤੇ ਉਹ 1888 ਦੇ ਏੜ ਗੇੜ ਕਿਧਰੇ ਨਾ ਵਫਾਤ ਪਾਈ ਆਪ ਦਾ ਜਿਹੜਾ ਉਹ ਜ਼ਮਾਨਾ 1800 ਦਾ ਜਿਹੜਾ ਏਰੀਆ ਜ਼ਮਾਨਾ ਐਰਾ ਜ਼ਮਾਨਾ ਉਹ ਉਹਨਾਂ ਦਾ ਸੀ ਤਾਂ ਉਹ ਉਹਨਾਂ ਦੀ ਮੈਂ ਸਮਝਦਾ ਕਿ ਇਹ ਉਹਨਾਂ ਦਾ ਫੈਜ਼ ਹੈ ਮੈਂ ਤਾਂ ਕੁਝ ਵੀ ਨਾ ਕਿਉਂਕਿ ਮੈਂ ਅਜੇ ਵੀ ਪੰਜਾਬ ਦੇ ਮੁਸ਼ਾਇਰੇ ਜਿਹੜੇ ਪੜ੍ਹਦਾ ਤਾਂ ਸਭ ਤੋਂ ਪਹਿਲੇ ਪੀਰ ਸਾਹਿਬ ਦੇ ਸ਼ੇਰ ਤੋਂ ਇਬਤਦਾ ਕਰਦਾ ਹਾਲਾਂਕਿ ਮੁਸ਼ਾਇਰੇ ਦੀ ਤੁਸੀਂ ਗੱਲ ਦੱਸ ਰਹੇ ਹੋ ਤੇ ਨਾਲ ਉਹਨਾਂ ਦੀ ਤਫਸੀਲ ਵੀ ਦੱਸੋ ਨਾਲ ਉਹਨਾਂ ਦਾ ਕੋਈ ਕਲਾਮ ਵੀ ਥੋੜਾ ਜਿਹਾ ਨਾਜ਼ਰੀਨ ਨਾਲ ਸਾਡੇ ਸ਼ੇਅਰ ਪੀਰ ਸੈਯਦ ਮੁਹੰਮਦ ਸ਼ਾਹ ਬੁਖਾਰੀ ਇੱਕ ਬਹੁਤ ਵੱਡੇ ਸੂਫੀ ਸ਼ਾਇਰ ਸਨ ਤੇ ਅਗਰ ਤੁਸੀਂ ਹਿਸਟਰੀ ਨੂੰ ਦੇਖੋ ਮਤਲਬ ਜਿਹੜੇ ਔਲੀਆ ਕਰਾਮ ਸਨ ਇਹਨਾਂ ਦੀ ਹਿਸਟਰੀ ਨੂੰ ਦੇਖੋ ਤਾਂ ਮੀਆਂ ਸਾਹਿਬ ਦੇ ਹਮਜ਼ਮਾਨਾ ਜਿਹੜੇ ਸ਼ੋਹਰਾਨ ਉਹਨਾਂ ਵਿੱਚ ਸੈਯਦ ਪੀਰ ਮੁਹੰਮਦ ਸ਼ਾਹ ਬੁਖਾਰੀ ਬਹੁਤ ਪ੍ਰੋਮੀਨੈਂਟ ਨੰਬਰ 1 ਵਿੱਚ ਆਉਂਦੇ ਨੇ ਮਾਸ਼ਾਅੱਲਾ ਮੀਆਂ ਸਾਹਿਬ ਦੇ ਹਮਜ਼ਮਾਨਾ ਸਨ ਤੇ ਜ਼ਰਾ ਉਮਰੂ ਸੀਨੀਅਰ ਸਨ ਤੇ ਸਾਡਾ ਇਲਾਕਾ ਵੀ ਕੀ ਸੀ ਨਾ ਕਿਉਂਕਿ ਮੀਰਪੁਰ ਤੋਂ ਅਸੀਂ ਮਾਈਗ੍ਰੇਟ ਹੋਏ ਨਾ ਤਾਂ ਉਦੋਂ ਮੀਰਪੁਰ ਹੀ ਸੀ ਤੇ ਉਹਨਾਂ ਦੀ ਸ਼ਾਇਰੀ ਬੜੀ ਮਸ਼ਹੂਰ ਰਹੀ ਉਹਨਾਂ ਦੀ ਹੀਰ ਜਿਹੜੀ ਸੀ ਉਹਨਾਂ ਬੈਤਾਂ ਦੀ ਸੂਰਤ ਵਿੱਚ ਲਿਖੀ ਸੀ ਉਹ ਬੜੀ ਪੜ੍ਹੀ ਜਾਂਦੀ ਸੀ ਖਿੱਤਾ ਪਠਵਾਰ ਵਿੱਚ ਬੜੀ ਮਸ਼ਹੂਰ ਸੀ ਉਹ ਅਜੇ ਵੀ ਫੈਲੀ ਹੈ ਬੜੀ ਤੇ ਸਾਡੇ ਨਾਜ਼ਰੀਨ ਤੇ ਉਹ ਹੀਰ ਦੇ ਅਸ਼ਾਰ ਤੇ ਮੇਰੇ ਨੂੰ ਜ਼ਬਾਨੀ ਯਾਦ ਨਹੀਂ ਪੀਰ ਸਾਹਿਬ ਦੇ ਲੇਕਿਨ ਦੂਸਰੇ ਪੀਰ ਸਾਹਿਬ ਦੇ ਜਿਹੜੇ ਦੋੜੇ ਨੇ ਉਹ ਕਾਫੀ ਸਾਰੇ ਮਸ਼ਹੂਰ ਹੋਏ ਨੇ ਉਹ ਵੀ ਜਿਨ੍ਹਾਂ ਵਿੱਚ ਇੱਕ ਬੜਾ ਮਸ਼ਹੂਰ ਹੈ ਕਿ ਦਰ ਮਰਦਾਂ ਦਾ ਮਲ ਜੇ ਤੂੰ ਹੈ ਮਾਂਦਾ ਜਾਂ ਦਰ ਮਾਂਦਾ ਦਰ ਮਰਦਾਂ ਦਾ ਮਲ ਜੇ ਤੂੰ ਹੈ ਮਾਂਦਾ ਜਾਂ ਦਰ ਮਾਂਦਾ ਲੱਕੜੀ ਨਾਲ ਮੁਹੰਮਦ ਸ਼ਾਹ ਲੋਹਾ ਵੀ ਤਰ ਜਾਂਦਾ ਕਿਆ ਬਾਤ ਫਿਰ ਪੀਰ ਸਾਹਿਬ ਫਰਮਾਉਂਦੇ ਨੇ ਕਿ ਆੜੀ ਬਾੜੀ ਲੋਕਾਂ ਅੰਦਰ ਸਾਰੀ ਉਮਰ ਗੁਜ਼ਾਰੀ ਆੜੀ ਬਾੜੀ ਲੋਕਾਂ ਅੰਦਰ ਸਾਰੀ ਉਮਰ ਗੁਜ਼ਾਰੀ ਮੁਹੰਮਦ ਸ਼ਾਹ ਨੂੰ ਦੁਨੀਆ ਜਾਣੇ ਗੱਲ ਨਾ ਕਰੇ ਉਧਾਰੀ ਵਾਹ ਮੁਹੰਮਦ ਸ਼ਾਹ ਨੂੰ ਦੁਨੀਆ ਜਾਣੇ ਗੱਲ ਨਾ ਕਰੇ ਉਧਾਰੀ ਤੇ ਉਹਨਾਂ ਦਾ ਇੱਕ ਜਿਹੜਾ ਹੈ ਉਹ ਉਹਨਾਂ ਦਾ ਚੌਮਿਸਰਾ ਹੈ ਕਿ ਸੇ ਸਬਤ ਕਰ ਸਾਬਤੀ ਨਾਲ ਨਵਾਂ ਲਿਖਣੀ ਪੇਸ਼ ਸੁਲਤਾਨ ਤਹਿਰੀਰ ਪੱਕੀ ਵਾਹ ਸੇ ਸਬਤ ਕਰ ਯਾਨੀ ਅੱਲਾ ਨੂੰ ਸੇ ਸਬਤ ਕਰ ਭੇਜਣਾ ਸੇ ਸਬਤ ਕਰ ਸਾਬਤੀ ਨਾਲ ਨਵਾਂ ਯਕੀਨ ਦੇ ਨਾਲ ਲਿਖ ਕੇ ਸੇ ਸਬਤ ਕਰ ਸਾਬਤੀ ਨਾਲ ਨਵਾਂ ਲਿਖਣੀ ਪੇਸ਼ ਸੁਲਤਾਨ ਤਹਿਰੀਰ ਪੱਕੀ ਨੇਕ ਅਮਲ ਦਾ ਅਜਰ ਵੀ ਨੇਕ ਹੁੰਦਾ ਕੋਲ ਮਿੱਠੜਾ ਹੋਵੇ ਤਾਸੀਰ ਪੱਕੀ ਵਾਹ ਕੁਸ਼ਤਾ ਮਾਰ ਕੇ ਜ਼ਿੰਦਾ ਫੌਲਾਦ ਕਰ ਦੇ ਚਿਖਾ ਚੜੇ ਤੇ ਹੋਵੇ ਅਕਸੀਰ ਪੱਕੀ ਕੀ ਬਾਤ ਮੁਹੰਮਦ ਸ਼ਾਹ ਫਕੀਰਾ ਦਾ ਕੋਲ ਪੀੜਾ
ਜਿਵੇਂ ਪੱਥਰਾਂ ਵਿੱਚ ਲਕੀਰ ਪੱਕੀ। ਵਾਹ, ਕੀ ਕਹਿਣਾ। ਅੱਛਾ, ਇਹ ਸਾਡੇ ਨਾਜ਼ਰੀਨ ਨੂੰ ਤਾਂ ਆਪਣੀ ਜ਼ਿੰਦਗੀ ਦੇ ਬਾਰੇ 'ਚ ਵੀ ਥੋੜਾ ਜਿਹਾ ਦੱਸੋਗੇ ਕਿ ਇੱਕ ਇਹ ਤੇ ਹੋ ਗਈ ਤੁਹਾਡੇ ਦੇਸ਼, ਜਿਸ ਵੇਲੇ ਬੰਦਾ ਸ਼ਾਇਰ ਬਣ ਜਾਂਦਾ ਉਹ ਪਬਲਿਕ ਫਿਗਰ ਹੋ ਜਾਂਦਾ, ਉਹ ਫਿਰ ਆਪਣਾ ਨਹੀਂ ਰਹਿੰਦਾ, ਲੇਕਿਨ ਇੱਕ ਆਪਣੀ ਜ਼ਿੰਦਗੀ ਵੀ ਹੁੰਦੀ ਹੈ, ਇੱਕ ਜਿਹੜੀ ਸ਼ਾਇਰ ਤੋਂ ਇਲਾਵਾ ਜਿਹੜੇ ਘਰ ਤੇ ਹੁੰਦਾ ਬੱਚੇ ਬਾਲ ਤੇ ਜਨਾਬ, ਉਹਦੇ ਬਾਰੇ ਥੋੜਾ ਸਾਨੂੰ ਦੱਸੋ ਜੀ। ਅਲਹਮਦੁਲਿਲਾ ਬੱਚੇ ਹੁਣ ਤਗੜੇ ਹੋ ਗਏ ਮੇਰੇ। ਅੱਛਾ ਤੇ ਉਹ ਆਪਣੇ ਆਪਣੇ ਕੰਮ ਕਾਜ ਵਿੱਚ ਲੱਗੇ ਪਏ ਨੇ। ਤੇ ਵਿਆਹ ਜਿਹੜਾ ਉਹ ਸ਼ਾਇਰੀ ਤੋਂ ਪਹਿਲੇ ਹੋ ਗਿਆ ਸੀ ਜਾਂ ਸ਼ਾਇਰੀ ਤੋਂ ਬਾਅਦ ਹੋਇਆ ਸੀ? ਇਹ ਸਾਰੇ ਸ਼ਾਇਰੀ ਤੋਂ ਪਹਿਲੇ ਹੋ ਗਿਆ ਸੀ। ਮੈਂ ਬੜੇ ਟਾਈਮ ਨਾਲ ਸ਼ਾਦੀ ਕਰ ਲਈ ਸੀ, ਤਾਂ ਹੀ ਮੇਰੇ ਬੱਚੇ ਜਿਹੜੇ ਮੇਰੇ ਕੋਲ ਤਗੜੇ ਨੇ। ਅੱਛਾ, ਮਾਸ਼ਾਅੱਲਾ। ਤਾਂ ਉਹ ਬੰਦਾ ਅੰਦਾਜ਼ਾ ਨਹੀਂ ਕਰ ਸਕਦਾ ਕਿ ਭਾਈ ਨਹੀਂ ਆ ਤੁਸੀਂ ਛੋਟੇ ਲੱਗਦੇ ਹੋਗੇ, ਬੱਚੇ ਬੜੇ ਨੇ। ਹਾਂਜੀ। ਅੱਛਾ, ਠੀਕ ਹੈ। ਇਹ ਗੱਲ ਇਸ ਤੇ ਤਰ੍ਹਾਂ ਕੋਈ ਜ਼ਿੰਦਗੀ ਦਾ ਇਹੋ ਜਿਹਾ ਤਜਰਬਾ ਸਾਡੇ ਨਾਜ਼ਰੀਨ ਨਾਲ ਸ਼ੇਅਰ ਕਰੋ ਕਿ ਜਿਹੜਾ ਤੁਸੀਂ ਸਮਝਦੇ ਹੋ ਕਿ ਬਹੁਤ ਹੀ ਤੁਹਾਨੂੰ ਹਰ ਬੰਦੇ ਦੇ ਵਕਤ ਮੁਖਤਲਿਫ ਗੁਜ਼ਰਦਾ, ਤੇ ਤੁਸੀਂ ਇਹੋ ਜਿਹਾ ਕੋਈ ਬਾਤ? ਬਸ ਅਸਲ ਵਿੱਚ ਇਹ ਹੁੰਦਾ ਕਿ ਜਿਹੜੇ ਰਿਸ਼ਤੇ ਨਾਤੇ ਹੁੰਦੇ ਨਾ, ਉਹਨਾਂ ਦੀ ਵਜ੍ਹਾ ਨਾਲ ਬੜੀ ਤਕਲੀਫ ਹੁੰਦੀ ਹੈ। ਅਗਰ ਕੋਈ ਹੋਰ ਬਾਹਰੋਂ ਕਰੇ ਨਾ, ਤੁਹਾਡੇ ਨਾਲ ਕੋਈ ਨਿਆਂ ਕਰੇ, ਤਾਂ ਕੋਈ ਮੇਰਾ ਮਤਲਬ ਕੋਈ ਐਸਾ ਤੁਹਾਡੇ ਨਾਲ ਕੋਈ ਬੁਰਾ ਕਰੇ ਤੇ ਉਹ ਫਿਰ ਤੇ ਕੋਈ ਤੁਸੀਂ ਮਹਿਸੂਸ ਨਹੀਂ ਕਰਦੇ ਹੋ। ਲੇਕਿਨ ਅਗਰ ਕੋਈ ਬਲੱਡ ਰਿਲੇਸ਼ਨ ਦੀ ਤਰਫੋਂ ਕੋਈ ਐਸੀ ਕੋਈ ਹੋ ਜਾਂਦੀ ਹੈ ਤਾਂ ਉਹ ਬੜੀ ਤਕਲੀਫ ਦੀ ਗੱਲ ਹੁੰਦੀ ਹੈ। ਤਾਂ ਉਹ ਫਿਰ ਬੜਾ ਦਿਲ ਸ਼ਿਕਸਤਾ ਹੋਇਆ ਇਸ ਗੱਲ ਤੋਂ। ਰਿਸ਼ਤੇ ਆਪਣੇ ਜਿਹੜੇ ਕਲੋਜ਼ੀ ਭਾਈਆਂ ਦੇ ਜਾਇਦਾਦਾਂ ਤੇ ਵੰਡ ਵਿੱਚ ਗੜਬੜ, ਤੇ ਹਾਲਾਂਕਿ ਸਾਡਾ ਜਿਹੜਾ ਘਰਾਨਾ ਬੜਾ ਮਿਸਾਲੀ ਘਰਾਨਾ, ਲੇਕਿਨ ਉਹ ਪੀਰਾਂ ਦੀ ਵਫਾਤਾਂ ਤੋਂ ਬਾਅਦ, ਯਾਨੀ ਮੇਰੇ ਦਾਦਾ ਦੀ ਵਫਾਤ, ਫਿਰ ਪੀਰ ਸਾਹਿਬ ਦੀ, ਮੇਰੇ ਵਾਲਿਦ ਸਾਹਿਬ ਦੀ ਵਫਾਤ, ਫਿਰ ਜਿਹੜੇ ਭਾਈ ਸਨ ਮੇਰੇ, ਉਹ 5 ਭਾਈਆਂ ਸੀ, ਉਹ ਫਿਰ ਆਪਣੇ ਬੜੀ ਮਨਮਾਨੀ ਕਰਨ ਲੱਗ ਪਏ। ਜਾਇਦਾਦ ਵਿੱਚ ਵੀ ਉਹਨਾਂ ਫਿਰ ਕੋਈ ਕਾਫੀ ਸਾਰੀ ਵੰਡ ਪਾਈ। ਬੜੀ ਦਿਲ ਸ਼ਿਕਸਤਾ ਹੋਇਆ ਮੈਂ। ਉਸ ਸ਼ਿਕਸਤਗੀ ਦੀ ਵਜ੍ਹਾ ਮੇਰੀ ਜਿਹੜੀ ਪੋਇਟਰੀ ਹੈ ਉਸਦੀ ਇਹ ਵੀ ਇੱਕ ਵਜ੍ਹਾ ਹੈ। ਅੱਛਾ, ਹਾਂਜੀ। ਤੇ ਮਤਲਬ ਇਹ ਵੇ ਕਿ ਨਾਜ਼ਰੀਨ, ਰਿਸ਼ਤਿਆਂ ਦੀ ਅਹਿਮੀਅਤ ਜਿਹੜੀ ਹੈ ਉਹ ਸਭ ਤੋਂ ਵੱਧ ਹੈ। ਰਿਸ਼ਤੇ ਕਾਇਮ ਰੱਖਣੇ ਚਾਹੀਦੇ ਨੇ, ਰਿਸ਼ਤਿਆਂ ਨਾਲ ਜਿਹੜਾ ਬੜਾ ਇਨਸਾਨ ਜ਼ਿੰਦਾ ਰਹਿੰਦਾ। ਤੇ ਅੱਛਾ, ਸ਼ਾਇਰੀ ਦੀ ਗੱਲ ਹੋ ਰਹੀ, ਕਿਸੇ ਕਿਤਾਬ ਦੇ ਬਾਰੇ ਆਪਣੇ ਦੱਸੋ ਕਿ ਕਿੰਨੀਆਂ ਕਿਤਾਬਾਂ? ਇਨਫੈਕਟ ਮੈਂ ਥੋੜਾ ਲੇਜ਼ੀ ਸਾਬਤ ਹੋਇਆ ਕਿ ਕਿਤਾਬਾਂ ਮੈਂ ਜਿਵੇਂ ਹੁੰਦੀ ਆ ਇੱਕ ਦੌੜ ਹੁੰਦੀ ਹੈ ਕਿਤਾਬ ਲਿਖਣ ਦੀ ਕਿ ਚਲੋ ਯਾਰ ਮੈਂ ਵੀ ਲਿਖਾਂ, ਛਾਪਾਂ, ਇਹ ਕਰਾਂ। ਹਾਂ ਜੀ, ਲੋਕ 20 ਕਿਤਾਬਾਂ ਇੱਕ ਸਾਲ ਵਿੱਚ ਛਾਪ ਛੋੜਦੇ ਨੇ। ਮੈਂ ਇਹ ਕੰਮ ਨਹੀਂ ਕੀਤਾ, ਜਦ ਕਿ ਮੈਨੂੰ ਕਿਸੇ ਹੱਦ ਤੱਕ ਕਰਨਾ ਚਾਹੀਦਾ ਸੀ। ਲੇਕਿਨ ਮੈਂ ਲੱਗਾ ਪਿਆ ਹਾਲੇ ਵੀ। ਉਸ ਦੇ ਵਿੱਚ ਇਹ ਹੈ ਕਿ ਮੈਂ ਆਪਣੇ ਬਜ਼ੁਰਗਾਂ ਤੇ ਕੁਝ 3-4 ਕਿਤਾਬਾਂ ਲਿਖ ਵੀ ਚੁੱਕਿਆ, ਮਾਸ਼ਾਅੱਲਾ, ਜਿਨ੍ਹਾਂ ਵਿੱਚ ਉਹਨਾਂ ਦੀ ਨਸਰ ਦੀ ਕਿਤਾਬਾਂ ਵੀ ਤੇ ਨਜ਼ਮ ਦੀਆਂ ਵੀ ਕਿਤਾਬਾਂ ਨੇ, ਪੀਰ ਸਾਹਿਬ ਦੀਆਂ। ਇਹ ਇੱਕ ਮੇਰੇ ਕੋਲ ਅੱਛਾ ਕੰਮ ਹੋ ਗਿਆ, ਮਾਸ਼ਾਅੱਲਾ। ਤੇ ਹਾਲ ਹੀ ਮੈਂ ਪੀਰ ਸਾਹਿਬ ਦੀ ਜਿਹੜੀ ਹੀਰ ਹੈ, ਕਿੱਸਾ ਹੀਰ ਮੁਹੰਮਦ ਸ਼ਾਹ, ਉਸ ਨੂੰ ਮੈਂ ਇਨਸ਼ਾ ਅੱਲਾਹ ਤਾਲਾ ਕਿਤਾਬੀ ਸ਼ਕਲ ਵਿੱਚ ਲੈਣਾ ਹੈ ਤੇ ਅਸਲ ਸ਼ਕਲ ਵਿੱਚ ਲੈਣਾ ਹੈ, ਸਭ ਤੋਂ ਬੜੀ ਖਾਸ ਗੱਲ। ਅੱਛਾ। ਤੇ ਉਹ ਕਰਨ ਤੋਂ ਬਾਅਦ ਫਿਰ ਮੈਂ ਆਪਣੀ ਜਿਹੜੀ ਪੋਇਟਰੀ ਹੈ ਉਹ ਮੈਂ ਛਾਪ ਦੇਣੀ ਸੀ, ਲੇਕਿਨ ਮੈਂ ਕੁਝ ਗਜ਼ਲਾਂ ਨੂੰ ਬਿਹਤਰ ਕਰ ਰਿਹਾ। ਮੈਂ ਚਾਹ ਰਿਹਾ ਕਿ ਐਸੇ ਸਾਲ ਹੀ ਛਪ ਜਾਏ, ਲੇਕਿਨ ਜ਼ਰਾ ਬਿਹਤਰ ਅੰਦਾਜ਼ ਵਿੱਚ ਛਪੇ। ਅੱਛਾ, ਇੱਕ ਗੱਲ ਇੱਥੇ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਜਾਵਾਂ, ਨਾਜ਼ਰੀਨ ਨਾਲ ਵੀ। ਅਗਰ ਅਸੀਂ ਇਹੀ ਕਰਦੇ ਰਹਾਂਗੇ ਨਾ ਕਿ ਅਸੀਂ ਹੋਰ 10 ਗਜ਼ਲਾਂ ਇਸ ਤੋਂ ਬਿਹਤਰ ਕਹਿ ਲਈਏ, ਹੋਰ 10 ਗਜ਼ਲਾਂ ਇਸ ਤੋਂ ਬਿਹਤਰ ਕਹਿ ਲਈਏ, ਤੇ ਫਿਰ ਸਾਡੀ ਕਿਤਾਬ ਆਉਣ 'ਚ ਤਖੀਰ ਤੋਂ ਹੁੰਦੇ ਫਿਰ ਉਹ ਬਿਲਕੁਲ ਹੀ ਰਹਿ ਜਾਏਗੀ। ਤੇ ਜਿਤਨਾ ਕੰਮ ਕਰ ਲਿਆ ਉਹਨੂੰ ਦੇਖੋ, ਗੌਰ ਕਰੋ ਉਹਦੇ ਉੱਤੇ। ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਆਪਣੀ ਕਿਤਾਬ ਹੁਣ ਲੈ, ਜੀ ਬਿਲਕੁਲ ਜ਼ਰੂਰੀ ਹੈ। ਹਾਂਜੀ, ਤੁਸੀਂ ਹੁਣ ਮਾਸ਼ਾਅੱਲਾ ਪੂਰੇ ਪਾਕਿਸਤਾਨ ਦੇ ਵਿੱਚ ਤੁਹਾਨੂੰ ਸੱਦਿਆ ਜਾਂਦਾ ਹੈ, ਤੁਸੀਂ ਮਾਸ਼ਾਅੱਲਾ ਤੁਸੀਂ ਪ੍ਰਾਹੁਣੇ ਬਣਦੇ ਹੋ, ਤੁਸੀਂ ਕਿਤੇ ਆਪਣੇ ਮੁਸ਼ਾਇਰੇ ਤੇ ਕਿੰਨੇ ਅਵਾਰਡ ਮਾਸ਼ਾਅੱਲਾ ਤੁਹਾਨੂੰ ਅੱਜ ਤੱਕ ਮਿਲੇ ਨੇ? ਜੀ ਵੈਸੇ ਇਨਵੀਟੇਸ਼ਨ ਦੇ ਮੁਸ਼ਾਇਰੇ ਤੇ ਅਵਾਰਡ ਮੈਨੂੰ ਮਿਲੇ ਨੇ ਤਕਰੀਬਨ 3-4 ਅਵਾਰਡਸ ਤੇ ਹਨ ਮੇਰੇ ਕੋਲ ਜਿਹੜੇ ਮਿਲੇ। ਤੇ ਵੈਸੇ ਸ਼ੀਲਡਸ ਵਗੈਰਾ ਤਾਂ ਹਰ ਜਗ੍ਹਾ ਤੋਂ ਮਹਿਮਾਨ ਖੁਸੂਸੀ ਸਦਾਰਤ ਵਗੈਰਾ ਦੀ ਸ਼ੀਲਡਸ ਤਕਰੀਬਨ ਮੈਨੂੰ ਮਿਲੀ ਹੈ। ख्वाजा गुलाम फरीद अवार्ड ਦਿੱਤਾ ਗਿਆ ਮੈਨੂੰ ਪੰਜਾਬ ਤੋਂ, ਮਾਸ਼ਾਅੱਲਾ। ਫਿਰ ਹੁਣੇ ਤੁਸੀਂ ਪਿਛਲੇ ਦਿਨ ਉਹ ਕਾਨਫਰੰਸ ਵੀ ਤੁਸੀਂ ਅੱਜ ਕਾਨਫਰੰਸਸ ਅਟੈਂਡ ਕਰਦਾ ਮੈਂ। ਜੀ ਹਾਂ। ਫਿਰ ਉਹ ਪਿਲਾਕ ਦੀ ਤਰਫੋਂ ਮੈਂ ਉੱਥੇ ਜਾਂਦਾ ਰਹਿੰਦਾ, ਤਾਂ ਹੁਣ ਫਿਰ ਇਨਵਾਈਟਡ ਹਾਂ 21 ਤਾਰੀਖ ਤੱਕ ਫਿਰ ਮੈਂ ਜਾ ਰਿਹਾ। ਅੱਛਾ, ਲਾਹੌਰ ਉੱਥੇ ਪਿਲਾਕ ਹੀ ਜਾ ਰਿਹਾ। ਠੀਕ ਹੈ। ਉੱਥੇ ਜਿਹੜਾ
ਕੀ ਸਮਝਦੇ ਹੋ ਤੁਸੀਂ ਇਹੋ ਜਿਹੇ ਇਦਾਰੇ ਹੋਣੇ ਚਾਹੀਦੇ ਜਿਹੜੇ ਮਾਂ ਬੋਲੀ ਨੂੰ ਫਰੋਗ ਦੇਣ ਜੀ ਬਹੁਤ ਜ਼ਰੂਰੀ ਹੈ ਕਿਉਂਕਿ ਮਾਂ ਬੋਲੀ ਤੇ ਉਹ ਤੇ ਬਹੁਤ ਜ਼ਰੂਰੀ ਹੈ ਤੇ ਉਸ ਤੋਂ ਹਟ ਜਾਈਏ ਅਗਰ ਤੇ ਫਿਰ ਪੱਲੇ ਕੁਝ ਵੀ ਨਹੀਂ ਰਹਿੰਦਾ ਤੇ ਮੈਂ ਆਪਣੇ ਸਿੱਖ ਦੋਸਤ ਨੇ ਉਹਨਾਂ ਨਾਲ ਮੇਰੀ ਸਿਟਿੰਗ ਹੁੰਦੀ ਹੈ ਤੇ ਉਹ ਇਹੀ ਚੀਜ਼ ਕਹਿੰਦੇ ਕਿ ਬੁਖਾਰੀ ਸਾਹਿਬ ਅਸੀਂ ਤਾਂ ਅੰਗਰੇਜ਼ੀ ਵੀ ਜਾਣਦੇ ਹਾਂ ਅਸੀਂ ਉਰਦੂ ਵੀ ਬੋਲ ਸਕਦੇ ਹਾਂ ਹਿੰਦੀ ਵੀ ਬੋਲ ਸਕਦੇ ਹਾਂ ਪਰ ਅਸੀਂ ਆਪਣੀ ਮਾਂ ਬੋਲੀ ਤੋਂ ਨਹੀਂ ਹਟਦੇ ਮੈਨੂੰ ਉਹਨਾਂ ਦੀ ਜਿਹੜੀ ਗੱਲ ਸਭ ਤੋਂ ਅੱਛੀ ਲੱਗਦੀ ਹੈ ਤੇ ਦੂਸਰਾ ਇਹ ਹੈ ਕਿ ਮੈਂ ਸਿੰਧੀ ਕਲਚਰ ਨੂੰ ਬੜਾ ਤਸਲੀਮ ਕਰਦਾ ਕਿਉਂਕਿ ਬੱਚੇ ਦੀ ਸ਼ਾਦੀ ਵੀ ਉੱਥੋਂ ਹੋਈ ਅੱਛਾ ਤਾਂ ਉਹਨਾਂ ਨੂੰ ਮੈਂ ਸਟੱਡੀ ਕਰ ਰਿਹਾ ਉਹਨਾਂ ਨੂੰ ਮੈਂ ਦੇਖਿਆ ਕਿ ਉਹ ਆਪਣੇ ਕਲਚਰ ਤੋਂ ਹਟਦੇ ਨਹੀਂ ਉਹ ਆਪਣੀ ਲੈਂਗੁਏਜ ਤੋਂ ਨਹੀਂ ਹਟਦੇ ਆਪਣੇ ਅਦਬ ਆਦਾਬ ਤੋਂ ਨਹੀਂ ਹਟਦੇ ਬੜੇ ਡੀਸੈਂਟ ਸੁਲਝੇ ਹੋਏ ਲੋਕ ਨੇ ਉਹ ਅੱਛਾ ਸੋਸ਼ਲ ਮੀਡੀਆ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਸੋਸ਼ਲ ਮੀਡੀਆ ਜਿਹੜਾ ਹੈ ਉਹ ਪ੍ਰਮੋਸ਼ਨ ਵਾਸਤੇ ਸ਼ਾਇਰੀ ਦੀ ਜਾਂ ਆਪਣੀ ਪ੍ਰਮੋਸ਼ਨ ਵਾਸਤੇ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਸਰ ਇੱਕ ਟਾਈਮ ਸੀ ਕਿ ਜਦੋਂ ਕੁਝ ਵੀ ਨਹੀਂ ਸੀ ਤੇ ਉਹ ਮੈਂ ਸਮਝਦਾ ਕਿ ਅੱਜ ਦੇ ਜਿਹੜੇ ਸ਼ਾਇਰ ਨੇ ਉਸ ਤਨਾਜ਼ਰ 'ਚ ਦੇਖਿਆ ਜਾਏ ਅੱਜ ਤੇ ਅਸੀਂ ਤੁਸੀਂ ਲੱਕੀ ਲੋਕ ਹਾਂ ਕਿ ਸਾਨੂੰ ਸੋਸ਼ਲ ਮੀਡੀਆ ਜਿਹੀ ਨੇਮਤ ਮਿਲ ਗਈ ਕਿ ਅੱਜ ਤੁਸੀਂ ਅਗਰ ਅੱਛਾ ਸ਼ੇਰ ਕਹਿਣ ਵਾਲੇ ਹੋ ਜਾਂ ਅੱਛੀ ਕੋਈ ਤਖਲੀਕ ਹੁੰਦੀ ਹੈ ਤੁਹਾਡੀ ਤਾਂ ਉਹ ਇੱਕਦਮ ਜਿਹੜੀ ਉਹ ਮੁਸ਼ਤਹਰ ਹੋ ਜਾਂਦੀ ਹੈ ਉਹ ਖਿੰਡ ਜਾਂਦੀ ਹੈ ਇੱਕ ਦਿਨਾਂ ਵਿੱਚ ਹਰ ਪਾਸੇ ਚਲੀ ਜਾਂਦੀ ਹੈ ਤੇ ਲੋਕਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਤੁਹਾਨੂੰ ਯੂ ਡੋਂਟ ਨੀਡ ਟੂ ਸਪੈਂਡ ਅ ਲਾਈਫ ਟਾਈਮ ਟੂ ਇੰਟਰੋਡਿਊਸ ਯੂਰਸੈਲਫ ਕਿ ਯੂ ਕੈਨ ਡੂ ਦਿਸ ਐਂਡ ਯੂ ਕੈਨ ਡੂ ਦੈਟ ਐਂਡ ਲੇਕਿਨ ਉਹ ਇਹ ਕਿ ਸੋਸ਼ਲ ਮੀਡੀਆ ਤੁਹਾਨੂੰ ਇਹ ਪਲੇਟਫਾਰਮ ਦੇ ਰਿਹਾ ਹੈ ਜਿਸ ਤੇ ਤੁਸੀਂ ਫੌਰਨ ਤੋਂ ਪਹਿਲੇ ਇੰਟਰੋਡਿਊਸ ਹੋ ਜਾਂਦੇ ਹੋ ਸੋਚ ਦੇ ਨਾਜ਼ਰੀਨ ਤੁਸੀਂ ਦੇਖ ਰਹੇ ਹੋ ਕਿ ਅਸੀਂ ਬੜੀ ਮੰਨੀ ਪਰਮੰਨੀ ਸ਼ਖਸੀਅਤ ਨਾਲ ਤੁਹਾਡੀ ਗੱਲ ਕਰਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਕਿ ਅਸੀਂ ਉਹਨਾਂ ਦਾ ਇੰਟਰਵਿਊ ਕਰ ਰਹੇ ਹਾਂ ਇਸ ਵਾਸਤੇ ਕਿ ਤੁਹਾਡੇ ਤੱਕ ਇਹਨਾਂ ਦੇ ਖਿਆਲਾਤ ਪਹੁੰਚਣ ਇਹਨਾਂ ਦੇ ਜਿਹੜੇ ਤਾਸੁਰਾਤ ਨੇ ਉਹ ਪਹੁੰਚਣ ਤੇ ਇਹਨਾਂ ਨਾਲ ਅਸੀਂ ਹੋਰ ਗੱਲ ਕਰਾਂਗੇ ਇਹ ਦੱਸੋ ਸਰ ਸ਼ਾਹ ਸਾਹਿਬ ਕਿ ਪੰਜਾਬੀ ਜਿਹੜੀ ਮਾਂ ਬੋਲੀ ਹੈ ਉਹਦੀ ਤਰਵੀਜ ਵਾਸਤੇ ਕੀ ਇਕਦਾਮਾਤ ਹੋਣੇ ਚਾਹੀਦੇ ਨੇ ਸਰਕਾਰੀ ਲੈਵਲ ਤੇ ਜਾਂ ਇਦਾਰਤੀ ਲੈਵਲ ਤੇ ਜਾਂ ਕਾਲਜ ਸਕੂਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪੰਜਾਬੀ ਨੂੰ ਇਤਨਾ ਜ਼ਿਆਦਾ ਫਰੋਗ ਨਹੀਂ ਦਿੱਤਾ ਜਾਂਦਾ ਘਰਾਂ ਦੇ ਵਿੱਚ ਵੀ ਹੁਣ ਜਿਹੜੀ ਪੰਜਾਬੀ ਫੈਮਿਲੀਜ਼ ਨੇ ਉਹਨਾਂ ਦੇ ਬੱਚੇ ਜਿਹੜੇ ਵੱਡੇ ਹੋ ਰਹੇ ਨੇ ਉਹ ਵੀ ਉਰਦੂ ਦੇ ਵਿੱਚ ਗੱਲ ਕਰਦੇ ਨੇ ਜ਼ਾਹਿਰੀ ਗੱਲ ਹੈ ਉਰਦੂ ਸਾਡੀ ਕੌਮੀ ਜ਼ਬਾਨ ਹੈ ਉਹਦਾ ਆਪਣਾ ਇੱਕ ਮਕਾਮ ਹੈ ਉਹਦੀ ਵੈਲਿਊ ਆਪਣੀ no doubt it's our national language so national language is always prestigious but ਇਹ ਜਿਹੜੀ ਸਾਡੀ ਮਾਂ ਬੋਲੀ ਹੈ ਇਹਦੇ ਬਾਰੇ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਅਸੀਂ ਇਸ ਦੇ ਫਰੋਗ ਦੇ ਬਾਰੇ ਇਦਾਰੇ ਕੀ ਕਰਨ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਕਿਤਾਬਾਂ ਹੋਣੀਆਂ ਚਾਹੀਦੀਆਂ ਨੇ ਜਾਂ ਇਹੋ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਜਿਹਦੇ ਵਿੱਚ ਪੰਜਾਬੀ ਨੂੰ ਜਿਹੜਾ ਫਰੋਗ ਦਿੱਤਾ ਜਾਵੇ ਜੀ ਸਰ ਬੜੀ ਅੱਛਾ ਖੂਬਸੂਰਤ ਕੁਐਸਚਨ ਕੀਤਾ ਤੁਸੀਂ ਪੰਜਾਬੀ ਦੀ ਤਰਵੀਜ ਬੜੀ ਜ਼ਰੂਰੀ ਹੈ ਕਿਉਂਕਿ ਪੰਜਾਬ ਜਿਹੜਾ ਸਭ ਤੋਂ ਵੱਡਾ ਪ੍ਰੋਵਿੰਸ ਹੈ ਸਾਡਾ ਪਾਕਿਸਤਾਨ ਦਾ ਤੇ ਇੱਥੇ ਦੀ ਪੰਜਾਬੀ ਇੱਥੇ ਦੇ ਹਰ ਘਰ ਵਿੱਚ ਬੋਲੀ ਜਾਂਦੀ ਹੈ ਤੇ ਸਮਝੀ ਜਾਂਦੀ ਹੈ ਤੇ ਇਹਦੇ ਵਿੱਚ ਮੈਂ ਨਹੀਂ ਸਮਝਦਾ ਕਿ ਕੋਈ ਸ਼ਰਮ ਕਰਨੀ ਚਾਹੀਦੀ ਹੈ ਕਿਸੇ ਨੂੰ ਜਾਂ ਪੰਜਾਬੀ ਬੋਲਣ ਨਾਲ ਜਿਹੜਾ ਉਹ ਤੁਹਾਡਾ ਮਤਲਬ ਹੈ ਕਿ ਤੁਸੀਂ ਬਿਲਿਟਲ ਹੋ ਜਾਂਦੇ ਹੋ ਜਾਂ ਤੁਹਾਡੀ ਵੈਲਿਊ ਡਾਊਨ ਹੋ ਜਾਂਦੀ ਹੈ ਬਲਕਿ ਮੈਂ ਸਮਝਦਾ ਤੁਹਾਨੂੰ ਇੱਜ਼ਤ ਮਿਲਦੀ ਹੈ ਇਹ ਤੁਹਾਨੂੰ ਇਹ ਮਾਣਯੋਗ ਹੈ ਸਾਡੇ ਲਈ ਨਾ ਤੇ ਇਹ ਸਮਝਦਾ ਕਿ ਪੰਜਾਬੀ ਦੀ ਤਰਵੀਜ ਵਾਸਤੇ ਸਭ ਤੋਂ ਵੱਧ ਕੇ ਕੰਮ ਹੈ ਕਿ ਸੈਮੀਨਾਰ ਹੋਣੇ ਚਾਹੀਦੇ ਲੋਕਾਂ ਵਿੱਚ ਅਵੇਅਰਨੈਸ ਹੋਣੀ ਚਾਹੀਦੀ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਪੰਜਾਬੀ ਤੁਸੀਂ ਬੋਲੋਗੇ ਤੇ ਇਸ ਦੇ ਨਾਲ ਤੁਹਾਡਾ ਯਾਨੀ ਮਾਣ ਨਹੀਂ ਟੁੱਟੇਗਾ ਬਲਕਿ ਮਾਂ ਬੋਲੀ ਨਾਲ ਤੁਹਾਡੀ ਇੱਜ਼ਤ ਵਧੇਗੀ ਜੀ ਹਾਂ ਵਾਦਾ ਕਰੇਗੀ ਇੱਜ਼ਤ ਅਗਰ ਸਿੱਖ ਲੋਕੀ ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦਿੱਤਾ PhD ਕਰਕੇ ਵੀ ਪੰਜਾਬੀ ਬੋਲਦੇ ਹੈ ਤੇ ਇਸ ਦੇ ਵਿੱਚ ਫਖਰ ਮਹਿਸੂਸ ਕਰਦੇ ਤੇ ਸਾਡੇ ਲੋਕਾਂ ਨੂੰ ਕੀ ਮਸਲਾ ਹੈ ਕਿ ਉਹ ਪੰਜਾਬੀ ਨਹੀਂ ਕਰ ਸਕਦੇ ਬੋਲ ਸਕਦੇ ਜਾਂ ਉਹ ਸ਼ਰਮ ਮਹਿਸੂਸ ਕਰਦੇ ਆ ਫਿਰ ਦੂਸਰੇ ਇਹ ਕਿ ਜਿਹੜੀ ਇਸ ਦਾ ਹਕੂਮਤ ਨੂੰ ਚਾਹੀਦਾ ਕਿ ਪੰਜਾਬੀ ਲੋਕਾਂ ਦੀ ਦਿਲ ਸ਼ਿਕਨੀ ਨਾ ਕੀਤੀ ਜਾਏ ਬਹੁਤ ਵੱਡਾ ਪੰਜਾਬ ਹੈ ਤੇ ਪੰਜਾਬੀ ਜਿਹੜੀ ਤਨਜ਼ੀਮਾਂ ਪੰਜਾਬੀ ਉੱਤੇ ਕੰਮ ਕਰ ਰਹੀਆਂ ਨੇ ਉਹ ਹਮੇਸ਼ਾ ਉਹ ਆਪਣੀ ਆਵਾਜ਼ ਨੂੰ ਲਾਊਡ ਕਰਦੇ ਨੇ ਜੀ ਕਿ ਸਾਡੇ ਸਕੂਲਾਂ ਵਿੱਚ ਇਹਨੂੰ ਪੜ੍ਹਾਇਆ ਜਾਏ ਨਿੱਜੀ ਲੈਵਲ ਤੇ ਕੰਮ ਹੋ ਰਿਹਾ ਸਰਕਾਰੀ ਲੈਵਲ ਤੇ ਨਹੀਂ ਹੋ ਰਿਹਾ ਪੜ੍ਹਾਇਆ ਜਾਏ ਪੰਜਾਬੀ ਨੂੰ ਇੱਕ ਕੰਪਲਸਰੀ ਜ਼ਬਾਨ ਦੇ ਤੌਰ ਤੇ ਸ਼ਾਮਿਲ ਕੀਤਾ ਜਾਏ ਲੇਕਿਨ ਉਹਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ ਉਸ ਲੈਵਲ ਤੇ ਇਹ ਮੈਂ ਸਮਝਦਾ ਕਿ ਹਕੂਮਤ ਦੀ ਇਹ ਬਹੁਤ ਵੱਡਾ ਕੰਮ ਹੋਏਗਾ ਅਗਰ ਮੌਜੂਦਾ ਹਕੂਮਤ ਵੀ ਕਰ ਜਾਂਦੀ ਹੈ ਤੇ ਮੈਂ ਸਮਝਦਾ ਕਿ ਉਹ ਇਹ ਬੜਾ ਜ਼ਰੂਰੀ ਹੈ ਕਿ ਪੰਜਾਬੀਆਂ ਨੂੰ ਉਹਨਾਂ ਦਾ ਇੱਕ ਰਾਈਟ ਮਿਲ ਜਾਂਦਾ ਨਾ
ਜੀ ਹਾਂ। ਤੇ ਉਹ ਇਹ ਬਹੁਤ ਬਾਇਸ ਤਸ਼ੱਫੀ ਹੋਏਗਾ ਕਿ ਅਗਰ ਉਹਨਾਂ ਨੂੰ ਉਹਨਾਂ ਦਾ ਰਾਈਟ ਮਿਲ ਜਾਂਦਾ ਤੇ ਪ੍ਰੋਗਰਾਮਸ ਹੋਣੇ ਚਾਹੀਦੇ, ਕਲਚਰਲ ਪ੍ਰੋਗਰਾਮਸ ਹੋਣੇ ਚਾਹੀਦੇ ਜਿਸ ਤਰ੍ਹਾਂ ਇਲਾਕੇ 'ਚ ਹੋ ਰਹੇ ਨੇ। ਜੀ ਜੀ ਠੀਕ ਹੈ। ਤੇ ਮੈਂ ਸਮਝਦਾ ਕਿ ਚੂੰਕਿ ਸਾਡੀ ਤੁਹਾਡੀ ਜਿਹੜੀ ਹੈ ਨਾ ਪਛਾਣ ਹੈ ਪੰਜਾਬੀ ਜੀ ਜ਼ਬਾਨ, ਹਾਂ। ਤੇ ਦੇਖੋ ਨਾ ਅਗਰ ਅਸੀਂ ਅੱਜ ਅੰਗਰੇਜ਼ੀ ਵੀ ਬੋਲ ਰਹੇ ਹਾਂ ਸਕਦੇ ਹਾਂ, ਬਲਕਿ ਤਾਂ ਅਸੀਂ ਉਰਦੂ ਵੀ ਬੋਲ ਸਕਦੇ ਹਾਂ, ਜ਼ਾਹਿਰ ਹੈ ਸਾਡੀ ਨੈਸ਼ਨਲ ਲੈਂਗੁਏਜ ਹੈ, ਲੇਕਿਨ ਅਸਲ 'ਚ ਇਹ ਕਿ ਜਿਹੜੀ ਮਾਂ ਬੋਲੀ ਹੈ ਅਸੀਂ ਉਸ ਤੋਂ ਪਿੱਛਾ ਚਲੇ ਗਏ ਹਾਂ, ਅਸੀਂ ਹਟ ਗਏ ਹਾਂ, ਜਿਹੜਾ ਇੰਤਹਾਈ ਗਲਤ ਹੈ ਔਰ ਮੈਂ ਸਮਝਦਾ ਨੈਗੇਟਿਵ ਹੈ, ਬਹੁਤ ਨੈਗੇਟਿਵ ਹੈ। ਕਿਉਂਕਿ ਸਾਡੇ ਚੜ੍ਹਦੇ ਪੰਜਾਬ ਵਿੱਚ ਇੱਕ ਰੀਤ ਹੈ ਕਿ ਉਹ ਪੰਜਾਬੀ ਤੋਂ ਹਟਦੇ ਨਹੀਂ ਕਦੇ ਵੀ, ਤੇ ਲਹਿੰਦੇ ਪੰਜਾਬ ਵਿੱਚ ਜਿਹੜੇ ਲੋਕੀ ਨੇ ਉਹ ਜਾਣ ਕੇ ਤੇ ਪੰਜਾਬੀ ਨਹੀਂ ਬੋਲਦੇ, ਬਲਕਿ ਉਹ ਸਮਝਦੇ ਨੇ ਕਿ ਅਸੀਂ ਉਰਦੂ ਬੋਲਾਂਗੇ ਤਾਂ ਸ਼ਾਇਦ ਅਸੀਂ ਪੜ੍ਹੇ ਲਿਖੇ ਹੋਵਾਂਗੇ। ਇੱਕ ਛੋਟਾ ਜਿਹਾ ਵਾਕਿਆ ਇੰਜ ਦਾ ਪੱਤੋ ਖੀਚ ਮੈਨੂੰ ਬੁਲਾਇਆ ਗਿਆ ਮੁਸ਼ਾਇਰੇ ਤੇ ਉਹ ਕਾਫੀ ਸਾਰੇ ਯੰਗਸਟਰਸ ਦੋਸਤ ਆਏ ਸਨ ਤੇ ਬੈਠੇ, ਜਿਸਲੇ ਬੜੀ ਸੀ ਇੱਕ ਲਾਇਬ੍ਰੇਰੀ ਸੀ, ਉੱਥੇ ਲਾਇਬ੍ਰੇਰੀ ਦੇ ਟੇਬਲ ਦੇ ਗਿਰਦ ਬੈਠੇ ਸੀ, ਤੇ ਮੇਰਾ ਫਸਟ ਵਿਜ਼ਿਟ ਸੀ ਉਹ, ਤਾਂ ਮੈਂ ਆਖਿਆ ਇਹ ਸਾਰੇ ਪੰਜਾਬੀ ਹੋਣਗੇ, ਉਹ ਇਨਫੈਕਟ ਉਹ ਉਰਦੂ ਵਾਲੇ ਸਨ ਸਾਰੇ। तो मैं उन छोटा जिहा एक लैक्चर दिता, मैं आख्या यार तुसी लोग पंजाबी लिखिया करो, पंजाबी मैं खुद पंजाबी लिखदा, तो मैं पंजाबी तो थोड़ा जिहा भाषण दिता तो उन्होंने जो कुछ लोग वॉकआउट कर गए, थोड़ा जिहा वॉकआउट कर गए। वॉकआउट इस सेंस कीता ने कि ये बंदा पढ़े लिखिया है तो सानू जिहड़ा भाषण पंजाबी च दे रहा, ਤੇ ਜਦ ਕਿ ਅਸੀਂ ਉਰਦੂ ਲਿਖਦੇ ਹਾਂ। ਹਾਲਾਂਕਿ ਪਤੋਕੀ ਦੇ ਵਿੱਚ ਪੰਜਾਬੀ ਮਾਈਂਡ ਹੀ ਜਾਂਦਾ ਕਿ ਉੱਥੇ ਤੇ ਪੰਜਾਬੀ ਬੋਲੀ ਜਾਂਦੀ। ਉਹੀ ਮੇਰੇ ਜ਼ਹਿਨ ਵਿੱਚ ਸੀ ਤੇ ਉਹੀ ਚੀਜ਼ ਮੈਂ ਲੈ ਕੇ ਉੱਥੇ ਗਿਆ, ਲੇਕਿਨ ਕੁਝ ਮਾਯੂਸ ਹੋਇਆ ਮੈਂ। ਲੇਕਿਨ ਮੈਂ ਆਪਣੀ ਗੱਲ ਉੱਥੇ ਇਹੀ ਕੀਤੀ ਕਿ ਮੈਂ ਕਿਹਾ ਯਾਰ ਮੈਂ ਇਹ ਵੇਖ ਲਓ, ਮੈਂ ਅੰਗਰੇਜ਼ੀ ਬੋਲਣ ਵਾਲਾ ਵੀ ਹਾਂ ਤੇ ਪੜ੍ਹਾਉਣ ਵਾਲਾ ਵੀ ਹਾਂ ਤੇ ਅੰਗਰੇਜ਼ੀ ਵਿੱਚ ਰਹਿਣ ਵਾਲਾ ਬੰਦਾ। ਤੇ ਜਿਸ ਜਗ੍ਹਾ ਤੋਂ ਮੈਂ ਆਇਆ ਰਾਵਲਪਿੰਡੀ ਇਸਲਾਮਾਬਾਦ, ਉਰਦੂ ਗਜ਼ਲ ਤੇ ਨਜ਼ਮ ਦਾ ਗੜ੍ਹ ਹੈ, ਤਾਂ ਉੱਥੇ ਰਹਿ ਕੇ ਮੈਂ ਅਗਰ ਪੰਜਾਬੀ ਨੂੰ ਕਾਇਮ ਕੀਤਾ ਹੈ, ਸਸਟੇਨ ਕੀਤਾ, ਉਸਨੂੰ ਮੇਨਟੇਨ ਕੀਤਾ, ਤਾਂ ਮੈਂ ਕਿਹਾ ਇਹ ਤੁਸੀਂ ਇੱਥੇ ਪਤੋਕੀ ਚ ਲੈ ਕੇ, ਹਾਂ ਮੈਂ ਕਿਹਾ ਤੁਸੀਂ ਪਤੋਕੀ ਵਾਲੇ ਵੀ ਇਸ ਚੀਜ਼ ਤੇ ਥੋੜੀ ਜਿਹੀ ਇਸ ਚੀਜ਼ ਦਾ ਚੇਤਾ ਰੱਖੋ ਤੇ ਖਿਆਲ ਕਰੋ ਥੋੜਾ। ਸੋਚਦੇ ਨਾਜ਼ਰੀਨ, ਤੁਸੀਂ ਵੇਖ ਰਹੇ ਹੋ ਕਿ ਅਸੀਂ ਇੱਕ ਪਾਕਿਸਤਾਨ ਦੇ ਮਾਰੂਫ ਸ਼ਾਇਰ ਮੰਨੀ ਪਰਵੰਨੀ ਸ਼ਖਸੀਅਤ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਤੇ ਵੇਲਾ ਪਤਾ ਹੀ ਨਹੀਂ ਚੱਲਦਾ, ਕਿਸੇ ਵੇਲੇ ਮੁੱਕਦਾ, ਕਿਸੇ ਵੇਲੇ ਸ਼ੁਰੂ ਹੋ ਜਾਂਦਾ, ਗੱਲਾਂ ਕਰਦੇ ਕਰਦੇ ਟਾਈਮ ਦਾ ਨਹੀਂ ਪਤਾ ਲੱਗਦਾ। ਹੁਣ ਦੋ ਤਿੰਨ ਚੀਜ਼ਾਂ ਤੁਹਾਡੇ ਕੋਲੋਂ ਪੁੱਛ ਕੇ ਤੇ ਨਾਲ ਤੁਹਾਡੀ ਫਿਰ ਸ਼ਾਇਰੀ ਵੀ ਸੁਣਾਂਗੇ, ਫਿਰ ਅਸੀਂ ਪ੍ਰੋਗਰਾਮ ਨੂੰ ਕਨਕਲੂਡ ਕਰਾਂਗੇ। ਸ਼ਾਹ ਸਾਹਿਬ ਇਹ ਵੀ ਦੱਸੋ ਕਿ ਸੂਫੀਇਜ਼ਮ ਦੇ ਬਾਰੇ ਤੁਸੀਂ ਕੀ ਸੋਚਦੇ ਹੋ, ਤੇ ਸੂਫੀਇਜ਼ਮ ਜਿਹੜਾ ਹੈ, ਸੂਫੀਆ ਕਰਾਮ ਨੇ ਜਿਹੜੇ ਸਾਡੇ ਔਲੀਆ ਕਰਾਮ ਗੁਜ਼ਰੇ ਨੇ, ਸੂਫੀ ਕਰਾਮ ਗੁਜ਼ਰੇ ਨੇ, ਉਹਨਾਂ ਦਾ ਇੱਕ ਪੈਗਾਮ ਸੀ, ਉਹਨਾਂ ਦਾ ਇੱਕ ਮੈਸੇਜ ਸੀ, ਉਹਨਾਂ ਦਾ ਇੱਕ ਏਮ ਸੀ, ਉਹਨਾਂ ਦਾ ਇੱਕ ਮਕਸਦ ਸੀ। ਉਹ ਅੱਗੇ ਟੁਰ ਰਿਹਾ ਕਿ ਨਹੀਂ ਟੁਰ ਰਿਹਾ, ਉਹ ਅੱਗੇ ਟੁਰਨਾ ਚਾਹੀਦਾ, ਕਿਸ ਤਰ੍ਹਾਂ ਟੁਰਨਾ ਚਾਹੀਦਾ। ਉਹ ਅਗਰ ਪੜ੍ਹਦੇ ਨੇ ਕਿਸੇ ਬਾਰੇ, ਉਹ ਕਿਸੇ ਕਿਤਾਬ ਦੇ ਵਿੱਚ ਪੜ੍ਹ ਲਿਆ, ਪੜ੍ਹ ਕੇ ਉੱਥੇ ਭੁੱਲ ਗਏ, ਉਹਦੇ ਬਾਰੇ ਤੁਸੀਂ ਦੱਸੋਗੇ। ਨਾਲ ਤੁਸੀਂ ਫਿਰ ਪੰਜਾਬੀ ਦੀ ਫਰੋਗ ਦੇ ਬਾਰੇ ਤੁਸੀਂ ਗੱਲਬਾਤ ਥੋੜੀ ਜੀ ਕਰ ਰਹੇ ਹੋ। ਸਭ ਤੋਂ ਪਹਿਲਾਂ ਚੀਜ਼ ਇਹ ਸਰ ਕਿ ਅਮਲੀ ਤੌਰ ਤੇ ਕਿਸੇ ਚੀਜ਼ ਨੂੰ ਇੰਪੋਜ਼ ਕੀਤਾ ਜਾਏ ਜਾਂ ਅਮਲੀ ਤੌਰ ਤੇ ਕਿਸੇ ਚੀਜ਼ ਨੂੰ ਅਡਾਪਟ ਕੀਤਾ ਜਾਏ। ਅਗਰ ਤੁਸੀਂ ਪੰਜਾਬੀ ਦੇਖੋ, ਔਲੀਆ ਕਰਾਮ ਦੇ ਜਿਹੜਾ ਜਿੰਨਾ ਕਲਾਮ ਹੈ, ਚਾਹੇ ਉਹ ਮੀਆਂ ਬੁੱਲੇ ਸ਼ਾਹ, ਸ਼ਾਹ ਸਾਹਿਬ ਨੇ, ਕਲੰਦਰ ਸ਼ਾਹ ਹੁਸੈਨ ਨੇ ਜਾਂ ਪੀਰ ਮੁਹੰਮਦ ਸ਼ਾਹ ਨੇ ਜਾਂ ਕੋਈ ਵੀ ਨਹੀਂ, ਇਹਨਾਂ ਦਾ ਜਿੰਨਾ ਕਲਾਮ ਹੈ ਉਹ ਸਾਰਾ ਇਨਫੈਕਟ ਕੁਰਾਨ ਪਾਕ ਦੇ ਨਿਚੋੜ ਹੈ। ਦੇਖੋ ਕੁਰਾਨ ਪਾਕ ਦੀ ਇੱਕ ਮਿਸਾਲ ਮੈਂ ਇੰਜ ਦੇਵਾਂਗਾ ਕਿ ਜਿਸ ਤਰ੍ਹਾਂ ਬਹੁਤ ਸਾਰੇ ਮਦਰਸਿਆਂ 'ਚ ਕੁਰਾਨ ਪਾਕ ਨੂੰ ਹਿਫਜ਼ ਕੀਤਾ ਜਾਂਦਾ, ਰੱਟਾ ਲਾਇਆ ਜਾਂਦਾ, ਲੇਕਿਨ ਅਨਫੋਰਚੂਨੇਟਲੀ ਉਸ ਦੀ ਐਕਸੀਜੈਸਿਸ ਨੂੰ, ਉਸ ਦੀ ਤਫਸੀਰ ਨੂੰ ਪੜ੍ਹਿਆ ਨਹੀਂ ਜਾਂਦਾ, ਉਸ ਦੇ ਜਿਹੜੇ ਫੈਕਟਸ ਐਂਡ ਫਿਗਰਸ ਉੱਥੇ ਉਹਨਾਂ ਨੂੰ ਨਹੀਂ ਦੇਖਿਆ ਜਾਂਦਾ। ਇਹੋ ਹੀ ਵਜ੍ਹਾ ਹੈ ਕਿ ਅਸੀਂ ਬਹੁਤ ਸਾਰੀ ਚੀਜ਼ਾਂ ਤੋਂ ਪਿੱਛੇ ਹਟ ਗਏ ਹਾਂ। ਇੰਝ ਹੀ ਗੱਲ ਹੈ ਔਲੀਆ ਕਰਾਮ ਦੀ ਸ਼ਾਇਰੀ ਦੀ ਵੀ, ਉਸ ਦੇ ਵਿੱਚ ਦੇਖੋ ਨਸੀਹਤ ਪੰਧ ਹੈ ਕਿ ਲੱਗ ਆਖੇ ਮੇਰੇ ਬੇਲੀਆ ਵੇ ਹੁਣ ਮੋੜ ਵਾਗਾਂ ਬੁਰੇ ਕੰਮ ਵੱਲੋਂ, ਦਿਨ ਹਸ਼ਰ ਦੇ ਮਾਮਲੇ ਸਖਤ ਹੁਸਨ ਬਹਿ ਕੇ ਝੂਰ ਬੀਆਂ ਐਸੇ ਗਮ ਵੱਲੋਂ। ਤੇ ਹੁਣ ਦੇਖੋ ਇਹ ਮਸਲਨ ਜਿਹੜਾ ਮੈਂ ਸ਼ੇਰ ਪੜ੍ਹਿਆ ਮੇਰੇ ਪਰਦਾਦਾ ਸਾਹਿਬ ਦਾ ਹੈ, ਠੀਕ ਹੈ, ਉਸ ਦੇ ਵਿੱਚ ਨਸੀਹਤ ਪੰਧ ਰੋਕਿਆ ਗਿਆ ਬੁਰੇ ਕੰਮ ਤੋਂ ਔਰ ਅੱਛੇ ਕੰਮ ਦੀ ਤਲਕੀਨ ਕੀਤੀ ਗਿਆ, ਉਸ ਆਵਾਜ਼ ਕੀਤੀ ਗਈ ਹੈ, ਜਿਸ ਤਰ੍ਹਾਂ ਬਿਲਕੁਲ ਕੁਰਾਨ ਪਾਕ ਵਿੱਚ ਹੈ ਕਿ ਯੂ ਕਰੋ ਔਰ ਯੂ ਨਾ ਕਰੋ, ਬਿਲਕੁਲ ਇੰਜ ਦੀ ਗੱਲ ਹੈ। ਲੇਕਿਨ ਲੋਕੀ ਜਿਹੜੇ ਨਾ ਜਦ ਤੱਕ ਦੇਖੋ ਨਾ
ਅੱਜ ਮਾਡਰਨਿਜ਼ਮ ਹੈ ਸਾਡੇ ਤੇ ਸੋਸ਼ਲ ਮੀਡੀਆ ਦਾ ਦੌਰ ਹੈ ਲੋਕ ਬੁੱਕ ਰੀਡਿੰਗ ਵਾਲੇ ਪਾਸੇ ਨਹੀਂ ਜਾਂਦੇ ਸਭ ਤੋਂ ਬੜਾ ਜਿਹੜਾ ਫੈਕਟ ਹੈ ਉਹ ਮੋਬਾਈਲ ਨੂੰ ਲੈ ਲਿਆ 10 ਬੰਦੇ ਨੇ ਕਰ ਦਿੱਤੇ 10 ਦੇ 10 ਮੋਬਾਈਲ ਤੇ ਗੇਮਸ ਖੇਡ ਰਹੇ ਹੋਣਗੇ ਉਹ ਪੜ੍ਹਾਈ ਵਾਲੇ ਪਾਸੇ ਨਹੀਂ ਜਾਂਦੇ ਦੇਖੋ ਪੜ੍ਹਾਈ ਜਿਹੜਾ ਨਾ that takes time ਠੀਕ ਹੈ ਨਾ ਤੇ ਲੋਕ ਜਿਹੜੇ ਨੇ they don't feel like taking books reading them delving deep into it to understand them or decipher the meanings ਅਸਲ ਵਿੱਚ ਮਸਲਾ ਇਹ ਹੈ ਕਿ ਇਹ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਮੈਸੇਜ ਜਿਹੜਾ ਕੁਰਾਨ ਦਾ ਹੈ ਜਾਂ ਹਦੀਸ ਦਾ ਹੈ ਜਾਂ ਔਲੀਆ ਕਰਾਮ ਦਾ ਹੈ ਜਾਂ ਅੱਛੇ ਲੋਕਾਂ ਦੇ ਜਿਹੜੇ ਵਾਜ਼ਬੰਦ ਕੀਤਾ ਗਿਆ ਚਾਹੇ ਫਾਰਸੀ ਵਿੱਚ ਔਲੀਆ ਕਰਾਮ ਲਿਖਿਆ ਹੈ ਚਾਹੇ ਪੰਜਾਬੀ 'ਚ ਲਿਖਿਆ ਹੈ ਚਾਹੇ ਕਿਸੇ ਵੀ ਜ਼ਬਾਨ 'ਚ ਲਿਖਿਆ ਹੈ ਉਸ ਨੂੰ ਉਸ ਦਾ ਨਫਾਜ਼ ਤਦੇ ਹੀ ਮੁਮਕਿਨ ਹੋ ਸਕਦਾ ਹੈ ਕਿ ਅਸੀਂ ਉਹ ਜਿਹੜਾ ਖੌਲ ਹੈ ਕੋਕੂਨ ਹੈ ਉਸ ਤੋਂ ਬਾਹਰ ਆਈਏ ਤਾਂ ਅਸੀਂ ਕਮ ਸੇ ਕਮ ठीक है आजकल ਜਿਹੜਾ ਦੌਰ ਹੈ ਮੋਬਾਈਲ ਯੂਜ਼ ਕਰੋ ਲੇਕਿਨ ਕਮ ਸੇ ਕਮ ਪੜ੍ਹਾਈ ਵਾਲੇ ਪਾਸੇ ਜਾਣਾ ਬਹੁਤ ਜ਼ਰੂਰੀ ਹੈ ਤਾਂ ਸਾਨੂੰ ਪੰਦ ਤਦੇ ਮਿਲ ਸਕਦੀ ਹੈ ਕਿ ਅਸੀਂ ਔਲੀਆ ਕਰਾਮ ਨੂੰ ਖੋਲ ਕੇ ਪੜ੍ਹੀਏ ਤੇ ਉਹਨੂੰ ਫਿਰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਉਹਨਾਂ ਆਖਿਆ ਕੀ ਹੈ ਕੀ ਉਹਨਾਂ ਦਾ ਮੈਸੇਜ ਹੈ ਸੂਫੀਜ਼ਮ ਜਿਹੜਾ ਮੈਂ ਸਮਝਦਾ ਕਿ ਬਹੁਤ ਵਾਸਟ ਟੌਪਿਕ ਹੈ ਜੀ ਬਹੁਤ ਵਾਸਟ ਇਹਦੇ ਬਾਰੇ ਕਿਸੇ ਦਿਨ ਤੁਹਾਡੇ ਨਾਲ ਫਿਰ ਦੁਬਾਰਾ ਇੱਕ ਲੰਬੀ ਸਿਟਿੰਗ ਕਰਾਂਗੇ ਮਜ਼ੀਦ ਇਹਦੇ ਬਾਰੇ ਗੱਲ ਕਰਾਂਗੇ ਵੀ ਇਕਬਾਲ ਨੂੰ ਵੀ ਕਹਿੰਦੇ ਸੂਫੀ ਸ਼ਾਇਰ ਸੀ ਤੇ ਤੁਸੀਂ ਕੁਰਾਨ ਦਾ ਜ਼ਿਕਰ ਕੀਤਾ ਕਹਿੰਜ ਕਰੋ ਸੂਰੇ ਨੂਰ ਹੈ ਉਹਦੇ ਵਿੱਚ ਅਹਿਕਾਮਾਤ ਨਾਜ਼ਿਲ ਹੋਏ ਨੇ ਤੇ ਉਹਦਾ ਇੱਕ ਆਇਤ ਦਾ ਅਗਲਾ ਜਿਹੜਾ ਹਿੱਸਾ ਹੈ ਉਹ ਹੈ ਕਿ ਖੈਰੁਕੁਮ ਹੁਕਮ ਰੱਬੀ पे चलोगे ज़ालिकुम खैरुल लकुम मैं ये रदीफ बना के कही ते ज़ालिकुम खैरुल लकुम दा मतलब है ਤੁਹਾਡੇ ਵਾਸਤੇ ਇਹ ਬਿਹਤਰ ਹੈ ਇੰਜ ਕਰ ਲੋਗੇ ਤੇ ਤੁਹਾਡੇ ਵਾਸਤੇ ਬਿਹਤਰ ਉਹ ਇਨਾ ਪੰਦ ਹੈ ਉਹ ਕੁਰਾਨਿਕ ਜਿਹੜੀ ਚੀਜ਼ਾਂ ਨਾ ਜੀ ਉਹ ਸੂਫੀ ਉਥੋਂ ਡਿਸਾਈਵਰ ਕੀਤਾ ਨਾ ਕਿਉਂਕਿ ਉਦੋਂ ਤੋਂ ਦੇਖੋ ਨਾ ਔਲੀਆ ਕਰਾਮ ਕੁਰਾਨ ਨੂੰ ਪੜ੍ਹਦੇ ਸਨ ਉਸ ਦੀ ਤਫਸੀਰ ਨੂੰ ਪੜ੍ਹਦੇ ਸਨ ਉਸ ਨੂੰ ਸਮਝਦੇ ਸਨ ਸਾਰੀ ਚੀਜ਼ ਉਹਨਾਂ ਨੂੰ ਪਤਾ ਹੁੰਦੀ ਸੀ ਵੱਡੇ ਵੱਡੇ ਜਿੰਨੇ ਸੂਫੀ ਗੁਜ਼ਰੇ ਉਹ ਸਾਰੇ ਪੜ੍ਹਦੇ ਹੁੰਦੇ ਸਨ ਇਨਸ਼ਾਅੱਲਾ ਹੁਣ ਮੌਜੂਦਾ ਤੌਰ ਤੇ ਲੋਕ ਪੜ੍ਹਨ ਵਾਲੇ ਪਾਸੇ ਨਹੀਂ ਜਾਂਦੇ ਜ਼ਰੂਰ ਇਨਸ਼ਾਅੱਲਾ ਜਦ ਪੜ੍ਹਨਗੇ ਤਾਂ ਉਹਨਾਂ ਨੂੰ ਪਤਾ ਚੱਲੇਗਾ ਕਿ ਹੈ ਕੀ ਸੂਫੀਜ਼ਮ ਕੀ ਜ਼ਰੂਰ ਇਨਸ਼ਾਅੱਲਾ ਅਸੀਂ ਇਹਨਾਂ ਤੋਂ ਨਾਜ਼ਰੀਨ ਇਹਨਾਂ ਨਾਲ ਗੱਲਬਾਤ ਕਰਾਂਗੇ ਸੂਫੀਜ਼ਮ ਦੇ ਬਾਰੇ ਡਿਟੇਲ ਨਾਲ ਇਸ ਵਕਤ ਅਸੀਂ ਇਹਨਾਂ ਕੋਲੋਂ ਕੋਈ ਥੋੜੀ ਜਿਹੀ ਸ਼ਾਇਰੀ ਸੁਣਾਂਗੇ ਤੇ ਉਹਦੇ ਬਾਅਦ ਇਹਨਾਂ ਕੋਲੋਂ ਕੋਈ ਪੈਗਾਮ ਲਵਾਂਗੇ ਕਿ ਫਿਰ ਇਨਸ਼ਾਅੱਲਾ ਅਸੀਂ ਪ੍ਰੋਗਰਾਮ ਨੂੰ ਇਖਤਤਾਮ ਤੁਸੀਂ ਆਪਣਾ ਕੋਈ ਕਲਾਮ ਜਿਹੜਾ ਉਹ ਸਾਡੇ ਨਾਜ਼ਰੀਨ ਦੀ ਨਜ਼ਰ ਕਰੋਗੇ ਜੀ ਮੈਂ ਤੁਹਾਨੂੰ ਕੁਝ ਚੀਜ਼ਾਂ ਸੁਣਾ ਦੇਣਾ ਆਪਣੀ ਮੇਰੇ ਜੀ ਜ਼ਰੂਰ ਜੀ ਮੇਰੇ ਦੋੜੇ ਨੇ ਜਿਹੜੇ ਅਲਹਮਦੁਲਿਲਾ ਉਹਨਾਂ ਨੂੰ ਖਾਸੀ ਪਜ਼ੀਰਾਈ ਵੀ ਮਿਲ ਰਹੀ ਹੈ ਤੇ ਦੋਸਤ ਮੁਹੱਬਤ ਕਰ ਰਹੇ ਨੇ ਤੇ ਅਗਰਚੇ ਮੈਂ ਪੰਜਾਬੀ ਨਜ਼ਮ ਵੀ ਲਿਖ ਰਿਹਾ ਗਜ਼ਲ ਵੀ ਲਿਖ ਰਿਹਾ ਅਲਹਮਦੁਲਿਲਾ ਤੇ ਬਹੁਤ ਸਾਰੀ ਅਸਨਾਫ ਤੇ ਹੋਰ ਮੈਂ ਕਲਮ ਚੁੱਕ ਰਿਹਾ ਤੇ ਚੰਦ ਅਸ਼ਾਰ ਪੇਸ਼ੇ ਖਿਦਮਤ ਨੇ ਕਿ ਜਿਹੜੇ ਇਸ਼ਕ ਸ਼ਤਾਬੀ ਪਾਵਣ ਉਹ ਲੋਕੀ ਨੇ ਕਿਹੜੇ ਸ਼ਤਾਬੀ ਦਾ ਮਤਲਬ ਹੁੰਦਾ ਫੌਰਨ ਜਿਹੜੇ ਇਸ਼ਕ ਸ਼ਤਾਬੀ ਪਾਵਣ ਉਹ ਲੋਕੀ ਨੇ ਕਿਹੜੇ ਦਿਲ ਦੇ ਬੂਏ ਖੋਲ ਕੇ ਰੱਖੇ ਫਿਰ ਵੀ ਸੁੰਝੇ ਵੇੜੇ ਵਾਹ ਜਿਹੜੇ ਇਸ਼ਕ ਸ਼ਤਾਬੀ ਪਾਵਣ ਉਹ ਲੋਕੀ ਨੇ ਕਿਹੜੇ ਦਿਲ ਦੇ ਬੂਏ ਖੋਲ ਕੇ ਰੱਖੇ ਫਿਰ ਵੀ ਸੁੰਝੇ ਵੇੜੇ ਤੇ ਤਨ ਦੇ ਲੀੜੇ ਲੀਰਾਂ ਲੀਰਾਂ ਤਨ ਦੇ ਲੀੜੇ ਲੀਰਾਂ ਲੀਰਾਂ ਕੰਡਿਆਂ ਉੱਤੇ ਟੰਗੇ ਹਾਕਮ ਪੱਲੇ ਜਗ ਦੀ ਦੌਲਤ ਲੋਕੀ ਭੁੱਖੇ ਨੰਗੇ ਅੱਜ ਦਾ ਫੈਕਟ ਹੈ ਕਿ ਅੱਜ ਕੱਲ ਕੀ ਹੋ ਰਿਹਾ ਤੇ ਸ਼ਾਇਰ ਜਿਹੜਾ ਉਹ ਆਪਣੀ ਸ਼ਾਇਰੀ ਵਿੱਚ ਇਹੀ ਕੁਝ ਬਿਆਨ ਕਰ ਸਕਦਾ ਬਿਲਕੁਲ ਅਸਰ ਆਂਦਾ ਜੀ ਸ਼ਾਇਰ ਇੰਜ ਦਾ ਹੀ ਇੱਕ ਸ਼ੇਰ ਹੈ ਕਿ ਚਾਦਰ ਤਾਣ ਕੇ ਵੇਖਾਂ ਜਦ ਵੀ ਮਸ਼ਹੂਰ ਸ਼ੇਰ ਹੈ ਮੇਰਾ ਕਿ ਚਾਦਰ ਤਾਣ ਕੇ ਵੇਖਾਂ ਜਦ ਵੀ ਅਜਬ ਸਿਆਪਾ ਪੈਂਦਾ ਪੈਰਾਂ ਨੂੰ ਜੇ ਕੱਜਣ ਲੱਗਾ ਸਿਰ ਤੋਂ ਪੱਲਾ ਲੈਂਦਾ ਵਾਹ ਪੈਰਾਂ ਨੂੰ ਜੇ ਕੱਜਣ ਲੱਗਾ ਸਿਰ ਤੋਂ ਪੱਲਾ ਲੈਂਦਾ ਤੇ ਜਿੰਦ ਨੁਮਾਣੀ ਵਗਦਾ ਪਾਣੀ ਮੂਲ ਨਾ ਦੇਂਦੀ ਭੇਤ ਮੁੱਠੀ ਵਿੱਚੋਂ ਕਿਰਦੀ ਜਾਵੇ ਹੌਲੀ ਹੌਲੀ ਰੇਤ ਵਾਹ ਤੇ ਲੇਖਾਂ ਅੱਗੇ ਜ਼ੋਰ ਨਾ ਚੱਲਦਾ ਰੱਬ ਦੀ ਵੰਡ ਨਿਰਾਲੀ ਕੁਝ ਦਾ ਭਾਂਡਾ ਭਰਿਆ ਰੱਖਦਾ ਕੁਝ ਨੂੰ ਰੱਖਦਾ ਖਾਲੀ ਵਾਹ ਕੁਝ ਦਾ ਭਾਂਡਾ ਭਰਿਆ ਰੱਖਦਾ ਕੁਝ ਨੂੰ ਰੱਖਦਾ ਖਾਲੀ ਤੇ ਬੇਫੈਜ਼ੇ ਸੰਗ ਨਿਉ ਲਗਾ ਕੇ ਆਪਣੀ ਬੇੜੀ ਬੋੜੋ ਬੇਫੈਜ਼ੇ ਸੰਗ ਨਿਉ ਲਗਾ ਕੇ ਆਪਣੀ ਬੇੜੀ ਬੋੜੋ
नेकी करके खूहे सुटो या पानी विच रोड़ो। नेकी वाह। करके खूहे सुटो या पानी विच रोड़ो, ते सोच दा आलण टुट फुट जांदा हुंदा तीले तीले। सोच दा आलण टुट फुट जांदा हुंदा तीले तीले। बद्दो बद्दी शेर ना हुंदे करिए लखां हीले। बद्दो बद्दी शेर ना हुंदे करिए लखां हीले। क्योंकि ये अंदर दी गल हुंदी है जी हाँ। कि जद तक वो अंदर ਤੁਹਾਡੇ ਇੱਕ ਤਹਿਰੀਕ ਨਾ ਹੋਵੇ ਤੁਸੀਂ ਸ਼ੇਰ ਨਹੀਂ ਕਹਿ ਸਕਦੇ। ਸਹੀ ਗੱਲ ਤੇ ਉਹ ਅੰਦਰ ਜਿਹੜਾ ਪਾਂਬੜ ਜਾਂ ਮੱਚ ਜਿਹੜਾ ਹੁੰਦਾ ਹੈ, ਉਹ ਹੀ ਸ਼ੇਰ ਉਹ ਹੀ ਸ਼ੇਰ ਤੁਹਾਨੂੰ ਬਿਲਕੁਲ ਬੋਲਣ ਤੇ ਜਨਾਬ ਉਹ ਬਹੁਤ ਸ਼ੁਕਰੀਆ ਪੀਰਜ਼ਾਦਾ ਸੈयद ਹਾਮਿਦ ਸ਼ਾਹ ਬੁਖਾਰੀ ਸਾਹਿਬ ਤੁਹਾਡਾ, ਤੁਸੀਂ ਆਪਣੇ ਕੀਮਤੀ ਵਕਤ ਵਿੱਚੋਂ ਸਾਨੂੰ ਸਰ ਬਹੁਤ ਇੱਕ, ਸ਼ੁਕਰੀਆ। ਜਿਹੜੇ ਨੇ ਲਮਾਤ ਦਿੱਤੇ ਨੇ। ਤੇ ਨਾਜ਼ਰੀਨ ਦੇਖੋ ਮਿਹਨਤ ਵਿੱਚ ਅਜ਼ਮਤ ਹੈ, ਤੇ ਜਿਸਲੇ ਬੰਦਾ ਅੰਦਰੋਂ ਸੱਚਾ ਹੋਵੇ ਤੇ ਉਹ ਬਾਹਰੋਂ ਕਿਸ ਤਰ੍ਹਾਂ ਕਾਮਯਾਬ ਹੋ ਜਾਂਦਾ ਹੈ। ਉਹ ਗੱਲਾਂ ਜਿਹੜੀਆਂ ਸ਼ਾਹ ਸਾਹਿਬ ਨੇ ਸਾਨੂੰ ਦੱਸੀਆਂ, ਮਾਂ ਬੋਲੀ ਦੀ ਤਰਵੀਸ਼ ਕਰਨੀ ਹੈ, ਸੱਚ ਬੋਲਣਾ ਹੈ, ਮਿਹਨਤ ਕਰਨੀ ਹੈ, ਅੱਗੇ ਵਧਣਾ ਹੈ। ਜਿਸਲੇ ਅਸੀਂ ਸੱਚ ਦਾ ਪੀੜਾ ਫੜ ਕੇ ਅੱਗੇ ਵਧਾਂਗੇ ਤੇ ਸਾਨੂੰ ਆਮੀਨ। ਕੋਈ ਸਾਨੂੰ ਨਹੀਂ ਰੋਕ ਸਕਦਾ। ਨਹੀਂ ਰੋਕ ਸਕਦਾ। ਤੇ ਬਿਲਕੁਲ ਕੋਈ ਨਹੀਂ ਪੈਗਾਮ ਰੋਕ ਸਕਦਾ। ਤੁਸੀਂ ਸਾਡੇ ਨਾਜ਼ਰੀਨ ਨੂੰ ਦੇਣਾ ਚਾਹੁੰਦੇ ਹੋ ਤੇ ਸਰ ਪੈਗਾਮ ਇਹੀ ਹੈ ਕਿ ਪੰਜਾਬੀ ਜਿਹੜੀ ਹੈ ਉਹ ਬੋਲਣ ਵਿੱਚ ਸ਼ਰਮ ਨਹੀਂ ਹੋਣੀ ਚਾਹੀਦੀ ਹੈ। ਆਪਣੀ ਮਾਂ ਬੋਲੀ ਕੋਈ ਵੀ ਹੈ ਤੁਹਾਡੀ, ਦੇਖੋ ਮਾਂ ਬੋਲੀ ਤੁਹਾਡਾ ਫਖਰ ਹੋਣਾ ਚਾਹੀਦਾ ਹੈ, ਤੇ ਉਸ ਦੇ ਵਿੱਚ ਤਰੱਕੀ ਲਈ ਜ਼ਰੂਰੀ ਹੈ। ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਇਹ ਹੈ ਕਿ ਅਗਰ ਤੁਸੀਂ ਤਰੱਕੀ ਹਾਸਲ ਕਰਨੀ ਹੈ ਜਾਂ ਆਪਣਾ ਤਸ਼ੱਖੁਸ ਕਾਇਮ ਰੱਖਣਾ ਜਾਂ ਆਪਣੇ ਆਪ ਨੂੰ ਬਣਾਉਣਾ, ਤੇ ਉਹਦੇ ਵਿੱਚ ਤੁਸੀਂ ਆਪਣੀ ਮਾਂ ਬੋਲੀ ਤੋਂ ਹਟ ਨਹੀਂ ਸਕਦੇ। ਤੇ ਮਾਂ ਬੋਲੀ ਨਾਲ ਪਿਆਰ ਬਹੁਤ ਜ਼ਿਆਦਾ ਹੈ, ਇਸ ਦੇ ਨਾਲ ਜੁੜਤ ਬਹੁਤ ਜ਼ਿਆਦਾ ਹੈ। ਤੇ ਨੌਜਵਾਨ ਲੋਕ ਉਰਦੂ ਜ਼ਰੂਰ ਲਿਖੋ ਤੁਸੀਂ, ਸਾਡੀ ਕੌਮੀ ਜ਼ਬਾਨ ਹੈ, ਲੇਕਿਨ ਪੰਜਾਬੀ ਤੇ ਵੀ ਕਲਮ ਚੁੱਕੋ, ਕਿਉਂਕਿ ਇਹ ਵੀ ਤੁਹਾਡੇ ਕੋਲੋਂ ਯਾਨੀ ਉਹ ਇਹ ਆਪਣਾ ਹੱਕ ਮੰਗ ਰਹੀ ਹੈ। ਤੇ ਬਹੁਤ ਤੁਹਾਡਾ ਬਹੁਤ ਸ਼ੁਕਰੀਆ ਸਰ। ਬਹੁਤ ਸ਼ੁਕਰੀਆ ਸ਼ਾਹ ਸਾਹਿਬ ਤੇ ਨਾਜ਼ਰੀਨ, ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਫਿਰ ਇਨਸ਼ਾਅੱਲਾ ਮੁਲਾਕਾਤ ਹੋਵੇਗੀ ਤੁਹਾਡੇ ਨਾਲ ਕਿਸੇ ਹੋਰ ਸ਼ਖਸੀਅਤ ਨਾਲ। ਖੁਦਾ ਹਾਫਿਜ਼। ਬਹੁਤ ਸ਼ੁਕਰੀਆ।